ਡਾਕਟਰ ਦਵਿੰਦਰ ਸਿੰਘ ਅਸੀਂ ਪਹਿਲੀ ਵਾਰੀ 1999 99 ਦੇ ਵਿੱਚ ਮਿਲੇ ਸੀਗੇ। ਡਾਕਟਰ ਦਵਿੰਦਰ ਸਿੰਘ ਐਟ ਦੈਟ ਟਾਈਮ ਹੀ ਵਾਜ਼ ਦ ਹੈਡਮਾਸਟਰ ਆਫ ਅਕਾਲ ਅਕੈਡਮੀ ਬੜੂ ਸਾਹਿਬ ਵਿਚ ਹੈਡ 1000 ਸਟੂਡੈਂਟ। 1000 ਬੱਚਾ ਉਦੋਂ ਪੜ੍ਹਦਾ ਸੀ ਉੱਥੇ, ਐਂਡ ਦੈਟ ਵਾਜ਼ ਦ ਫਸਟ ਟਾਈਮ ਆਈ ਮੈਟ ਹਿਮ। ਉਦੋਂ ਪਹਿਲਾਂ ਬਾਬਾ ਜੀ ਇਕਬਾਲ ਸਿੰਘ ਸਾਡੇ ਕੋਲ ਆਉਂਦੇ ਹੁੰਦੇ ਸੀਗੇ। ਪਰ ਐਨੀਵੇ when we got talking ਤੇ ਇਹਨਾਂ ਨੇ ਮੈਨੂੰ ਦੱਸਿਆ that he did his high school from ਪੰਜਾਬ ਪਬਲਿਕ ਸਕੂਲ ਨਾਭਾ। ਅਤੇ ਮੈਂ ਅਤੇ ਕਮਲ ਸਾਹਨੀ ਅਸੀਂ ਪਟਿਆਲੇ YPS ਦੇ ਪੜ੍ਹੇ ਹੋਏ ਹਾਂ। ਸੋ ਮੈਂ ਫਿਰ ਉਹਨੂੰ ਸਕੂਲ ਦੇ ਬਾਰੇ ਗੱਲਾਂ ਕਰਨ ਲੱਗਿਆ ਵੀ ਗੱਲ ਸੁਣੋ ਵੀ ਹਾਊ ਇਜ਼ ਯੋਰ ਦਿਸ ਸਕੂਲ ਅਕੈਡਮੀ ਰਿਲੇਟਡ ਟੂ ਨਾਭੇ ਦੇ ਹਿਸਾਬ ਨਾਲ ਕਿਸ ਤਰ੍ਹਾਂ ਚੱਲਦੀ ਹੈ। ਅਤੇ ਫਿਰ ਇਹਨਾਂ ਨੇ ਸਾਰਾ ਮੈਨੂੰ ਜਿਹੜਾ ਦੱਸਿਆ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਦਾ ਜਿਹੜਾ ਇਸ। ਪਰ ਇਹਨਾਂ ਦੀ ਸਟੋਰੀ ਗੋਜ਼ ਬੈਕ ਟੂ ਆਲਮੋਸਟ 35-36 ਈਅਰ ਜਦੋਂ ਇਹਨਾਂ ਨੇ ਨਾ ਹੀ ਲੈਫਟ ਹਿਜ਼ ਵੈਰੀ ਲੂਕਰੇਟਿਵ ਜੋਬ ਇਨ ਮੌਲਾਨਾ ਆਜ਼ਾਦ ਮੈਡੀਕਲ ਕਾਲਜ। ਸੋ ਨਾਭੇ ਤੋਂ ਇਹਨਾਂ ਨੇ ਕਰਕੇ ਆਪਣੀ ਹਾਈ ਸਕੂਲ ਸੀਨੀਅਰ ਕੈਂਬਰਿਜ ਜਾਂ ਇੰਡੀਅਨ ਸਕੂਲ ਸਰਟੀਫਿਕੇਟ ਹੀ ਵੈਂਟ ਟੂ ਦਿੱਲੀ ਅਤੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਤੋਂ MBBS ਕੀਤੀ। ਦੈਨ ਹੀ ਡਿਡ MD and he was assistant professor of nephrology. Am I correct ji? And also MD ਵੀ ਕੀਤੀ, MBBS by MD and assistant professor ਸੀ nephrology ਦੇ। ਸੋ ਜਦੋਂ ਉੱਥੇ ਚਲੇ ਗਏ ਤੇ ਬਾਬਾ ਜੀ ਇਹਨੂੰ ਕਹਿੰਦੇ ਵੀ ਜੇ ਤੁਸੀਂ ਕਰਨਾ ਤਾਂ ਮੇਰੇ ਕੋਲ ਬੱਚੇ ਐਸੇ ਥੋੜ੍ਹੇ ਜਿਹੇ ਪੜ੍ਹਾਉਣ ਵਾਸਤੇ ਤਾਂ ਯੂ ਗੋ ਔਨ ਟੂ B.Ed। ਸੋ ਦੇਖੋ MBBS MD ਬੰਦਾ ਦੈਨ ਹੀ ਗੋਜ਼ ਐਂਡ ਡਜ਼ BA B.Ed ਅਤੇ ਦੈਨ ਹੀ ਬਿਕੇਮ ਟੀਚਰ। ਅਤੇ ਉਦੋਂ ਦੇ ਲੱਗੇ ਹੋਏ ਹੈ। ਹੁਣ ਯੂ ਨੋ ਆਵਰ ਕਨੈਕਸ਼ਨ ਵਿਦ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੇ ਨਾਲ ਕਿੰਨਾ ਪੁਰਾਣਾ ਹੈ। ਇੱਥੇ ਆਉਂਦੇ ਸਨ ਜਦੋਂ ਬਲਜੀਤ ਗਿੱਲ ਨੂੰ ਮਿਲਣ ਵਾਸਤੇ ਜਾਂਦੇ ਸੀ। ਡਾਕਟਰ ਖੇਮ ਸਿੰਘ ਗਿੱਲ ਉਹਨਾਂ ਦੇ ਨਾਲ ਹੁੰਦੇ ਸੀ। ਡਾਕਟਰ ਖੇਮ ਸਿੰਘ ਗਿੱਲ ਦਾ ਬੇਟਾ ਬਲਜੀਤ ਹੂ ਲਿਵਜ਼ ਰਾਈਟ ਇਨ ਨਿਊਪੁਰ ਨਿਊਜ਼। ਅਤੇ ਉਦੋਂ ਦੇ ਸਾਡੇ ਕੋਲ ਆਉਂਦੇ ਸੀ। ਸਾਡੇ ਗੁਰੂ ਘਰ ਦੀ ਨੀਂਹ ਵੀ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਰੱਖੀ ਸੀਗੀ। ਸੋ ਵੈਨ ਹੀ ਪਾਸਡ ਉਦੋਂ ਬਾਅਦ ਨਾ ਐਬਸੋਲੂਟਲੀ ਯੂਨੈਨਿਮਸਲੀ ਸਾਰਿਆਂ ਨੇ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਸਾਰਿਆਂ ਨੇ ਡਾਕਟਰ ਸਾਹਿਬ ਨੂੰ ਨਾ ਦੇ honored him and selected him to be the next head of the and I saw that video. It was really really humbling and what an honor it was. So this is who he is. Thank you ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਇਹ ਵੀ ਕਾਬਲੀਅਤ ਨਹੀਂ ਰੱਖਦਾ ਕਿ ਦਾਸ ਬੜੂ ਸਾਹਿਬ ਗਿਆ ਹੈ ਅਤੇ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੋਈ ਉਹੀ ਉਂਗਲ ਫੜ ਕੇ ਲੈ ਗਏ ਜੀ। ਅਤੇ ਜੋ ਉਹਨਾਂ ਨੇ ਕਰਵਾਇਆ ਉਹੀ ਕਰਤਾ ਹਨ, ਉਹੀ ਕਰਨਹਾਰ ਹਨ। ਇਹ ਜੋ ਸਾਡੀ ਸੰਸਥਾ ਹੈ ਜੀ, ਇਹ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਬਚਨ ਹੋਏ ਸੀ 1904 ਵਿੱਚ ਕਿ ਆਉਣ ਵਾਲਾ ਜੋ ਸਮਾਂ ਹੈ ਬੜਾ ਭਿਅੰਕਰ ਹੈ ਔਰ ਸਾਇੰਸ ਦਾ ਬਹੁਤ ਵੱਡਾ ਡਿਵੈਲਪਮੈਂਟ ਹੋਏਗੀ ਇਸ ਸੈਂਚੁਰੀ ਵਿੱਚ। ਆਪ ਕਿਸੇ ਸਕੂਲ ਵਿੱਚ ਨਹੀਂ ਸੀ ਗਏ, ਹੀ ਹੈਡ ਨੈਵਰ ਬੀਨ ਟੂ ਅ ਸਕੂਲ, ਪਰ ਵਿਜ਼ਨ ਇਤਨੀ ਕਲੀਅਰ ਸੀ ਬਾਏ intense meditation that he did for many years। ਉਹ ਵਿਸ਼ੇ ਦਾ ਉਹਨਾਂ ਨੂੰ ਦਿਖ ਰਿਹਾ ਸੀ ਕਿ ਕੀ ਹੋਣਾ ਹੈਗਾ। ਅਤੇ ਕਹਿੰਦੇ ਬਈ ਜੇ ਸਾਇੰਟਿਸਟਸ ਕੋਲ ਸਿਰਫ ਵਰਲਡੀ ਨੌਲੇਜ ਹੋਏਗਾ ਉਹਨਾਂ ਦੀ ਈਗੋ ਬਹੁਤ ਇਨਫਲੇਟ ਹੋ ਜਾਏਗੀ। ਸੋ ਬਹੁਤ ਜ਼ਰੂਰੀ ਹੈ ਅਸੀਂ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜੀਏ, ਅਧਿਆਤਮ ਦੇ ਨਾਲ ਜੋੜੀਏ। ਐਂਡ ਹੀ ਲੇਡ ਦ ਫਾਊਂਡੇਸ਼ਨ ਆਫ ਦਿਸ ਯੂਨੀਕ ਫਾਰਮ ਆਫ ਐਜੂਕੇਸ਼ਨ ਜਿਸ ਦੀ ਫਾਊਂਡੇਸ਼ਨ ਸਪਿਰਿਚੁਅਲਿਟੀ ਹੈ ਜੀ। ਸਪਿਰਿਚੁਅਲ ਵੈਲਿਊਜ਼ ਦੇਣੀਆਂ ਬੱਚਿਆਂ ਨੂੰ। ਸਪਿਰਿਚੁਅਲ ਵੈਲਿਊ ਮੀਨਸ ਧਾਰਮਿਕ ਜੋ ਗਿਆਨ ਹੈ। ਧਾਰਮਿਕ ਗਿਆਨ ਦਾ ਮਤਲਬ ਕਿ ਐਸੇ ਗੁਣ ਦੇਣੇ ਤਾਂ ਕਿ ਬੱਚੇ ਦੇਵਤਾ ਬਣ ਜਾਣ। ਕਾਈਂਡਨੈਸ, ਕੰਪੈਸ਼ਨ, ਕੰਟੈਂਟਮੈਂਟ, ਪੇਸ਼ੈਂਸ, ਫੋਰਬੀਅਰੈਂਸ ਐਂਡ ਕੈਪੈਸਿਟੀ ਟੂ ਫੋਰਗਿਵ, ਇਹ ਗੁਣ ਇਹ ਸਪਿਰਿਚੁਅਲ ਵੈਲਿਊਜ਼ ਹੈਗੀਆਂ ਜੀ। ਸੋ ਉਹਨਾਂ ਨੇ ਇਹ ਯੂਨੀਕ ਫਾਰਮ ਆਫ ਐਜੂਕੇਸ਼ਨ ਸ਼ੁਰੂ ਕੀਤਾ ਸੀ ਕਿ 1904 ਵਿੱਚ। 1904 ਵਿੱਚ ਸੰਗਰੂਰ ਦੇ ਇੱਕ ਰਿਮੋਟ ਪਿੰਡ ਸੀਗਾ ਜੀ ਮਸਤੂਆਣਾ, ਉੱਥੇ ਉਹਨਾਂ ਨੇ ਇੱਕ ਲੜਕੀਆਂ ਦਾ ਸਕੂਲ ਖੋਲ੍ਹਿਆ ਸੀਗਾ ਜੀ। ਜਸਟ ਇਮੈਜਿਨ ਦ ਵਿਜ਼ਨ ਕਿ 1904 ਵਿੱਚ ਉਹਨਾਂ ਨੇ ਪਹਿਲਾਂ ਲੜਕੀਆਂ ਦਾ ਸਕੂਲ ਖੋਲ੍ਹਿਆ। ਸਾਡੇ ਵਾਸਤੇ ਦਿਸ਼ਾ ਮਿਲ ਗਈ ਕਿ ਸਾਡੀ ਸੰਸਥਾ ਨੇ ਵਿਮਨ ਐਮਪਾਵਰਮੈਂਟ ਵਾਸਤੇ ਬਹੁਤ ਕੰਮ ਕਰਨਾ ਹੈ। ਫਿਰ ਲੜਕਿਆਂ ਦਾ ਸਕੂਲ ਖੋਲ੍ਹਿਆ, ਫਿਰ ਉੱਥੇ ਕਾਲਜ ਖੋਲ੍ਹਿਆ। ਜਿਸ ਸਮੇਂ ਇਹ ਬਿਲਡਿੰਗਸ ਬਣ ਰਹੀਆਂ ਸੀ ਸਾਂਝੀ ਮਹਾਰਾਜ ਉੱਥੇ ਬੈਠ ਕੇ ਸੇਵਾ ਕਰਾਉਂਦੇ ਸੀਗੇ ਜੀ। ਅਤੇ ਜਿਹੜੇ ਆਸ ਪਾਸ ਉੱਥੋਂ ਸਾਧੂ ਲੰਘਦੇ ਸੀਗੇ ਉੱਥੇ ਰੁਕਦੇ ਸੀ, ਸੰਤਾਂ ਨੂੰ ਨਮਸਕਾਰ ਕਰਦੇ ਸੀ ਅਤੇ ਪੁੱਛਦੇ ਸੀ ਕਿ ਸਾਂਝੀ आपने ये क्या किया ठाकुर जी, आपने बच्चों के भवन बड़े बनाए, गुरु घर छोटा बनाया। ਸਾਂਝੀ ਮਾਜ ਮੁਸਕਰਾ ਕੇ ਕਹਿੰਦੇ ਸੀ ਇਨ ਭਵਨਾਂ 'ਚੋਂ ਬੱਚੇ ਨਿਕਲਣਗੇ ਜਿਹੜੇ ਗੁਰੂ ਘਰ ਜਾਇਆ ਕਰਨਗੇ।
ਸੋ ਐਟ ਦੈਟ ਟਾਈਮ ਹੀ ਹੈਡ ਦ ਵਿਜ਼ਨ ਕਿ ਜਿਹੜੇ ਕਮਿਊਨਿਟੀ ਦੇ ਰਿਸੋਰਸਿਸ ਹਨ ਲਿਮਿਟਿਡ ਹਨ, ਅਸੀਂ ਉਹਨਾਂ ਨੂੰ ਹਿਊਮਨ ਡਿਵੈਲਪਮੈਂਟ 'ਚ ਇਸਤੇਮਾਲ ਕਰਨਾ ਹੈ, ਇਮਾਰਤਾਂ ਬਣਾਉਣ ਵਿੱਚ ਇਸਤੇਮਾਲ ਨਹੀਂ ਕਰਨਾ। ਇਤਨੀ ਵਿਜ਼ਨ ਸੀਗੀ ਜੀ। ਇਹ ਜੋ ਸਾਡੀ ਜੋ ਪੂੰਜੀ ਹੈਗੀ, ਸਾਡੇ ਬੱਚੇ ਹੈਗੇ ਜੀ, ਇਹ ਸਾਡਾ ਫਿਊਚਰ ਹੈਗੇ। ਇਹਨਾਂ ਨੇ ਹੀ ਅੱਗੇ ਦੁਨੀਆ ਵਿੱਚ ਵਿਚਰਨਾ ਹੈ ਔਰ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇਣਾ ਹੈ ਜੀ। ਨਾਲ ਹੀ ਉਹਨਾਂ ਦੇ ਬਚਨ ਸੀ ਕਿ ਇੱਕ ਹਿਮਾਲਿਆ ਵਿੱਚ ਇੱਕ ਐਸਾ ਸਥਾਨ ਹੈ ਜਿੱਥੋਂ ਕਿ ਬੱਚੇ ਇਸ ਯੂਨੀਕ ਫਾਰਮ ਆਫ ਐਜੂਕੇਸ਼ਨ ਸਪਿਰਿਚੁਅਲ ਐਂਡ ਸਾਇੰਟੀਫਿਕ ਇਨ ਦੈਟ ਆਰਡਰ, ਮਤਲਬ ਅਸੀਂ ਜੀ ਅਧਿਆਤਮਕ ਵਿਦਿਆ ਦਾ ਬੁਨਿਆਦ ਕਰਦੇ ਹਾਂ ਜੀ, ਫਾਊਂਡੇਸ਼ਨ ਦਿੰਦੇ ਹਾਂ, ਉਸ ਤੋਂ ਉੱਪਰ ਫਿਰ ਕਨਵੈਨਸ਼ਨਲ ਐਜੂਕੇਸ਼ਨ ਦਾ ਜੋ ਵੀ ਸਕਿੱਲਸ ਹੈਗੇ ਉਹ ਬੱਚਾ ਸਿੱਖ ਜਾਂਦਾ ਜੀ। ਸੋ ਉਹਨਾਂ ਦੇ ਜੋ ਸੇਵਕ ਸੀ ਸੰਤ ਤੇਜਾ ਸਿੰਘ ਜੀ ਮਹਾਰਾਜ, ਸੰਤ ਅਤਰ ਸਿੰਘ ਜੀ ਮਹਾਰਾਜ, ਹੀ ਹੈਡ ਨੈਵਰ ਬੀਨ ਟੂ ਅ ਫਾਰਮਲ ਸਕੂਲ। ਸੰਤ ਤੇਜਾ ਸਿੰਘ ਔਨ ਦ ਕੰਟਰਰੀ ਵਾਸ ਵੈਰੀ ਹਾਈਲੀ ਐਜੂਕੇਟਿਡ। ਉਹਨਾਂ ਨੇ 1896 ਵਿੱਚ 1896 ਹੀ ਹੈਡ ਡਨ ਮਾਸਟਰਸ ਇਨ ਇੰਗਲਿਸ਼ ਫਰੋਮ ਪੰਜਾਬ ਯੂਨੀਵਰਸਿਟੀ ਲਾਹੌਰ ਐਂਡ ਸਟੂਡ ਫਸਟ ਇਨ दैट। उस टाइम पंजाब यूनिवर्सिटी एक्सटेंडेड फ्रॉम बलोचिस्तान टिल दिल्ली, इतने एरिया फस्ट आए थे जी। दैन ही डिड हिज LLB। फिर उन्होंने उस टाइम का ब्रिटिश इंडियन सिविल सर्विस विच एग्जाम पास किया तो सॉल्ट कमिश्नर लग गए थे उस टाइम ते जी 1902 विच। 2 साल उन्होंने उत्थे नौकरी की। दैन ही रियलाइज़ कि मेरी लाइफ का ऑब्जेक्टिव ये नहीं है, मैं तो परोपकार सेवा का करना चाहता। वो छोड़ के आ गए जी, संतां की सेवा च आ गए। संत जी महाराज ने उन्होंने इंग्लैंड भेजा, फिर वो USA भी आए, कोलंबिया यूनिवर्सिटी ज्वाइन की सी, फिर वो कैनेडा गए। उदों कैनेडियन सिटीजनस जो इंडियन सी कैनेडा में वो बड़े परेशान थे जी। द कैनेडियन गवर्नमेंट दे हैड डिकलेयर्ड कि भी कैनेडा इज़ ओनली फॉर वाइट्स। सो साढ़े सिंह उत्थे आए थे, उन्होंने डिपोर्ट करना चाह रहे थे, हॉन्डुरास भेजना चाह रहे थे। सो उन्होंने पता चला कि संत तेजा सिंह जी एजुकेटेड, हाईली एजुकेटेड आए हैं कोलंबिया विच। उन्होंने संतां उत्थे बुला लिया। फिर ही वॉज द वन इंस्ट्रूमेंटल इन प्रोवाइडिंग परमानेंट रेजिडेंसी राइट्स टू सिक्स इन 1909। फिर उस तो बाद क्योंकि संत तेजा अतर सिंह महाराज ने कहा कि बाहरों जाके सीख के आओ, ट्रेनिंग लैके आओ कि वो मॉडर्न एजुकेशन किवें इंपार्ट करते हैं। जरा देखिए जी, एक संत जो कभी स्कूल नहीं गया सीगा, उसने अपने प्रोटेजी नूं, अपने सेवक नूं भेजिया कि अमरीका जाओ, उत्थों ये ट्रेनिंग लैके आओ कि मॉडर्न एजुकेशन किवें देनी है। कितना इवॉल्वड माइंड सीगा जी वो। सो संत जी महाराज ने फिर जी 1911 विच हार्वर्ड यूनिवर्सिटी तो उन्होंने मास्टर की डिग्री की। 2 साल का कोर्स 1 साल किया सीगा जी। इन इंग्लिश लिटरेचर एंड एजुकेशन ये इन्हां दे मेजर सीगे जी। संत जी महाराज कहते हैं कि मैं अपने जिंदगी बहुत इम्तिहान पास किए, तो पर ये वाला मेरा एग्जाम सब तो औखा सीगा क्योंकि मैं 2 साल का कोर्स 1 साल कर लिया सी। शेक्सपीयर दे 5 प्लेस सी, होर कई ऑथर सीगे, पोइट सीगे 5, और एजुकेशन दे थीसिस भी सी। एंड दैन ही सेज कि ये मेरा इम्तिहान सब तो सौखा पास हो गया। जो सब तो औखा सीगा सब तो सौखा पास हो गया क्योंकि मैं हुण अमृत छक चुकिया सी ते मैं रोज़ नितनेम करदा सी। नितनेम करन नाल साडी जिहड़ी मेरी फोकस कॉन्सनट्रेशन मैडिटेशन नाल बहुत वध गई सी। ते दिस इज़ वन थिंग विच सो यही असी भी ऑबजर्व कर रहे हैं। जो साडे स्कूल हैं, जब बच्चे इत्थे रोज़ सारे बच्चे, वी हैव गॉट नाउ अ चेन ऑफ 130 स्कूल्स। 1986 ਵਿੱਚ ਬਾਬਾ ਇਕਬਾਲ ਸਿੰਘ ਜਦ ਉਹ ਵੈਨ ਹੀ ਰਿਟਾਇਰਡ ਫਰੋਮ ਹਿਸ ਜੌਬ ਐਜ਼ ਡਾਇਰੈਕਟਰ ਐਗਰੀਕਲਚਰ ਹਿਮਾਚਲ ਪ੍ਰਦੇਸ਼, ਉਸ ਤੋਂ ਬਾਅਦ ਉਹਨਾਂ ਨੇ 5 ਬੱਚਿਆਂ ਨਾਲ ਜੋ ਸੰਤ ਅਤਰ ਸਿੰਘ ਮਹਾਰਾਜ ਦੇ ਬਚਨ ਹੋਏ ਸੀ ਕਿ ਇੱਥੇ ਇੱਕ ਸਕੂਲ ਡਿਵੈਲਪ ਹੋਣਾ ਜਿਸ ਨੇ ਕਿ ਬੱਚਿਆਂ ਨੂੰ ਸਪਿਰਿਚੁਅਲ ਫਾਊਂਡੇਸ਼ਨ ਦੇਣੀ ਹੈ। ਸੋ 5 ਬੱਚਿਆਂ ਸ਼ੁਰੂ ਕੀਤਾ ਸੀਗਾ ਜੀ। 1956 ਵਿੱਚ ਇਹ ਪਾਇਸ ਲੈਂਡ ਖਰੀਦੀ ਗਈ ਸੀ ਜੀ 25,000 ਰੁਪਏ ਦੀ, 650 ਏਕੜਸ। ਉਸ ਟਾਈਮ 'ਤੇ ਇਹ 3 दिन का पैदल रस्ता सी फ्रॉम नाहन एज वेल फ्रॉम सोलन। उत्थे संत तेजा सिंह महाराज जी ने 1959 अखंड पाठ किया, अरदास की। तो बाबा इकबाल सिंह दसते हैं कि जब अरदास करते करते उच्ची उच्ची रो पे कि महाराज कदों समा आएगा जब कि बच्चे इतों अध्यात्मक ते दुनियावी विद्या दे के सारी सृष्टि को शांति का संदेश देंगे। अरदास तो बाद लोगों ने कहा कि महाराज तुसीं की कौतक वरताया, इत्थे तो सड़क नहीं बनी है, बिजली नहीं आएगी, बिल्डिंग नहीं है, तो कौन इत्थे आएगा। कहते जिन्हों जिन्हों के मन में गुरु नानक की खिच है वो आपे आ जाएंगे।
सड़कां बन जाएंगियां, बिजली आ जाएगी, बिल्डिंगां बन जाएंगियां। सो दिस वाज इन 1959। फिर 1986 ਵਿੱਚ ਬਾਬਾ ਇਕਬਾਲ ਸਿੰਘ ਜੀ ਨੇ ਉਹ ਬਚਨ ਪੂਰੇ ਕੀਤੇ ਜੀ। ਰਿਟਾਇਰਮੈਂਟ ਤੋਂ ਬਾਅਦ ਆਪ ਜੀ ਜਿੰਨਾ ਵੀ 35-36 ਸਾਲ ਨੌਕਰੀ ਕੀਤੀ, ਜਿੰਨਾ ਵੀ ਉਹਨਾਂ ਦਾ ਖਰਚਾ ਆਉਂਦਾ ਸੀ ਰੋਜ਼ਮर्रा ਦਾ, ਉਹ ਖਰਚ ਕਰਕੇ ਬਾਕੀ ਸਾਰਾ ਪੈਸਾ ਬੜੂ ਸਾਹਿਬ ਭੇਜ ਦਿੰਦੇ ਸੀ ਕਿ ਉੱਥੇ ਗੁਜ਼ਾਰਾ ਚੱਲਦਾ ਰਿਹਾ ਆਸ਼ਰਮ ਦਾ। 1986 ਜਦ ਰਿਟਾਇਰ ਹੋਏ, after 36 years of service, his total bank balance was 2200 rupees। ਇਹ ਐਗਜ਼ਾਮਪਲ ਹੈਗਾ ਜੀ ਸਾਡੇ ਸਾਹਮਣੇ ਕਿ ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਜੀਣਾ ਹੈਗਾ ਪਰਉਪਕਾਰ ਵਿੱਚ। ਸੋ ਉਹ ਫਿਰ ਜਦ ਜੋ 5 ਬੱਚਿਆਂ ਨਾਲ ਸ਼ੁਰੂ ਹੋਇਆ ਸੀਗਾ, ਨਾਲ ਹੀ ਸੰਤ ਤੇਰ ਸਿੰਘ ਮਹਾਰਾਜ ਨੇ ਬਚਨ ਕੀਤੇ ਸੀ, ਉਦੋਂ ਜਦ ਅਰਦਾਸ ਕੀਤੀ ਸੀ ਕਿ ਅਸੀਂ ਇੱਕ ਬੈਨੀਅਨ ਟਰੀ ਦਾ ਸੀਡ ਇੱਥੇ ਬੋ ਚੱਲ ਰਹੇ ਹਾਂ, ਇਸ ਦੀ ਟਹਿਣੀਆਂ ਸਾਰੇ ਨਾਰਥ ਇੰਡੀਆ ਵਿੱਚ ਫੈਲਣਗੀਆਂ। ਸੋ ਜੋ 5 ਬੱਚਿਆਂ ਨਾਲ ਸਕੂਲ ਸ਼ੁਰੂ ਹੋਇਆ ਸੀਗਾ ਜੀ, ਹੁਣ ਉਸ ਦੇ 130 ਸਕੂਲ ਸਨ। ਇੱਕ ਸਕੂਲ ਡਾਕਟਰ ਬਲਜੀਤ ਸਿੰਘ ਜੀ ਨੇ ਉਸ ਜ਼ਮੀਨ ਦਿੱਤੀ ਸੀ, ਮਧੀਰ ਵਿੱਚ ਹੈਗਾ ਜੀ, ਅਤੇ ਬਾਕੀ ਸਾਰੇ ਵੱਖ-ਵੱਖ ਪਿੰਡਾਂ, ਐਂਡ ਆਲ ਦੀ ਸਕੂਲਸ ਆਰ ਰੂਰਲ ਸਕੂਲਸ। ਲੋਕ ਪੁੱਛਦੇ ਸੀ ਬਾਬਾ ਜੀ ਨੂੰ ਕਿ ਮਹਾਰਾਜ ਤੁਸੀਂ ਸਿਰਫ ਪਿੰਡਾਂ 'ਚ ਕੋਈ ਸਕੂਲ ਖੋਲ੍ਹ ਰਹੇ ਹੋ? ਬਾਬਾ ਜੀ ਮੁਸਕਰਾ ਕੇ ਕਹਿੰਦੇ ਸੀ ਵੀ ਸਾਡਾ 70% ਸਾਡੇ ਬੱਚੇ, ਉਸ ਟਾਈਮ 75% ਸੀਗਾ, ਪਿੰਡਾਂ 'ਚ ਰਹਿ ਰਹੇ ਹੈਗੇ। ਸ਼ਹਿਰੀ ਬੱਚਿਆਂ ਕੋਲ ਤਾਂ ਓਪਰਚੁਨਿਟੀ ਹੈਗੀਆਂ, ਸਾਡੇ ਜਿਹੜੇ ਹੀਰੇ ਛੁਪੇ ਹੋਏ ਪਿੰਡਾਂ ਵਿੱਚ ਉਹਨਾਂ ਨੂੰ ਅਸੀਂ ਤਰਸ਼ਾਨਾ ਹੈ। ਸੈਕਿੰਡ ਹੀ ਸੈਡ ਵਾਸ ਕਿ ਇਹ ਭੋਲੇ ਭਾਲੇ ਹੁੰਦੇ ਆ ਲੋਕ, ਇਹਨਾਂ ਵਿੱਚ ਅਧਿਆਤਮ ਦਾ ਜੋ ਬੀਜ ਹੈ ਉਹ ਜਲਦੀ ਅੰਦਰ ਚਲੇ ਜਾਏਗਾ, ਕਿਉਂਕਿ ਸਾਡਾ ਜਿਹੜਾ ਇੰਟੈਲੈਕਟ ਹੈ, ਸਾਡਾ ਜੋ ਜਦ ਅਸੀਂ ਪੜ੍ਹਦੇ ਹਾਂ ਤਾਂ ਈਗੋ ਵੱਧ ਜਾਂਦੀ ਹੈ ਜੀ। ਸੋ ਉਹ ਜੇ ਈਗੋ ਵੱਧ ਜਾਂਦੀ ਹੈ ਤਾਂ ਉਹ ਵਿਘਨ ਪਾਉਂਦੀ ਹੈ ਸਪਿਰਿਚੁਅਲ ਪ੍ਰੋਗਰੈਸ ਵਿੱਚ। ਮੈਂ ਵੱਧ ਜਾਂਦੀ ਹੈ ਸਪਿਰਿਚੁਅਲਿਟੀ, ਅਸੀਂ ਮੈਂ ਖ਼ਤਮ ਕਰਨੀ ਹੈ, ਸੋ ਉਹ ਐਂਟਾਗੋਨਿਸਟਿਕ ਹੋ ਜਾਂਦਾ ਹੈ ਜੀ। ਅਤੇ ਸੋ ਇਹ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਜੀ, ਔਰ 1993 ਤੋਂ ਲੈ ਕੇ 2006 ਤੱਕ 17 ਸਕੂਲ ਖੁੱਲ੍ਹ ਗਏ ਜੀ। ਫਿਰ ਬਾਬਾ ਜੀ ਦੇ ਮਨ 'ਚ ਆਇਆ ਕਿ ਅਸੀਂ ਬਹੁਤ ਸਲੋ ਪੇਸ 'ਤੇ ਵੱਧ ਰਹੇ ਹਾਂ। ਸਾਡਾ ਮਾਡਲ ਸੀ ਜੀ ਕਿ ਅਸੀਂ ਇੱਕ ਸਕੂਲ ਖੋਲ੍ਹਦੇ ਸੀ 2nd ਕਲਾਸ ਤੋਂ, ਬਾਈ ਦਾ ਟਾਈਮ ਇਟ ਰੀਚਡ 4th ਕਲਾਸ ਇਟ ਵੁੱਡ ਬਿਕਮ ਸੈਲਫ ਸਫੀਸ਼ੀਐਂਟ। ਥੋੜ੍ਹੇ ਜਿਹੇ ਬੱਚੇ ਵੱਧ ਜਾਂਦੇ ਸੀਗੇ, ਵੀ ਕੁਡ ਸੇਵ ਫੰਡਸ ਫॉर द ਨੈਕਸਟ ਸਕੂਲ। ਸੋ ਇਸ ਤਰ੍ਹਾਂ ਹੌਲੀ ਹੌਲੀ ਖੁੱਲ੍ਹਦੇ ਸੀਗੇ। ਫਿਰ ਬਾਬਾ ਜੀ ਨੇ ਕਿਹਾ ਵੀ ਪੰਜਾਬ ਵਿੱਚ ਇਤਨੇ ਤੇਜ਼ੀ ਨਾਲ ਬੱਚੇ ਨਸ਼ਈ ਹੋ ਰਹੇ ਹਨ, ਅਤੇ ਜਿਸ ਪੇਸ 'ਤੇ ਤੁਸੀਂ ਚੱਲ ਰਹੇ ਹੋ ਇਹ ਮਾਈਕਰੋਸਕੋਪਿਕ ਹੈ। ਜਿਹੜੀ ਪ੍ਰੋਬਲਮ ਆ ਉਹ ਮੈਕਰੋ ਲੈਵਲ ਦੀ ਹੈ। ਯੂ ਵਿਲ ਨੈਵਰ ਬੀ ਏਬਲ ਟੂ ਕੈਚ ਅਪ, ਸਾਰਾ ਪੰਜਾਬ ਨਸ਼ਈ ਹੋ ਜਾਏਗਾ। ਐਂਡ ਵੀ ਸੀ ਦੈਟ ਹੈਪਨ ਨਾਓ ਨਾ ਜੀ। ਫਿਰ ਅਸੀਂ ਉਦੋਂ ਬਾਬਾ ਜੀ ਨੇ ਇੱਕ ਇਪੋਕਲ ਡਿਸੀਜਨ ਲਿਆ ਕਿ ਅਸੀਂ ਵੀ ਲੋਨ ਲੈ ਕੇ ਸਕੂਲ ਬਣਾਉਣੇ ਹੈ। ਸੋ ਪਹਿਲੀ ਵਾਰੀ ਅਸੀਂ 17 ਕਰੋੜ ਦਾ ਲੋਨ ਲਿਆ ਜੀ 2006 ਵਿੱਚ। ਅਤੇ ਅਸੀਂ ਫਿਰ ਅਸੀਂ ਸਾਡਾ ਟੈਂਪੋ ਇੰਪੀਟਸ ਬਹੁਤ ਵੱਧ ਗਿਆ ਜੀ। ਅਸੀਂ ਪਹਿਲੇ ਸਾਲ 2007 ਵਿੱਚ 25 ਸਕੂਲ ਖੋਲ੍ਹੇ ਜੀ, ਉਹ ਖੋਲ੍ਹਦੇ ਚਲੇ ਗਏ। ਉਸ ਤੋਂ ਬਾਅਦ ਐਂਡ 2014 ਵੀ ਓਪਨ ਦਾ ਲਾਸਟ ਸਕੂਲ, ਉਹ 129ਵਾਂ ਸਕੂਲ ਸੀਗਾ ਜੀ। ਇਸ ਸਾਲ ਅਸੀਂ ਇੱਕ ਛੋਟਾ ਜਿਹਾ ਸਕੂਲ ਹੋਰ ਖੋਲ੍ਹਿਆ ਹੈਗਾ ਅੰਬਾਲੇ ਸ਼ਹਿਰ ਵਿੱਚ, ਇਟਸ ਅ ਪ੍ਰਾਇਮਰੀ ਸਕੂਲ। ਸੋ ਇਨ ਸਕੂਲਾਂ ਵਿੱਚ ਜੀ 70,000 ਬੱਚੇ ਪੜ੍ਹਦੇ ਹਨ। ਨਾਲ ਹੀ ਬਾਬਾ ਜੀ ਨੇ 2 ਯੂਨੀਵਰਸਿਟੀਆਂ ਬਣਾ ਦਿੱਤੀਆਂ ਹਨ, ਇੱਕ ਤਲਵੰਡੀ ਸਾਬੋ ਅਕਾਲ ਯੂਨੀਵਰਸਿਟੀ, both are multi-disciplinary university। ਇੱਕ ਲੜਕੀਆਂ ਦੀ ਯੂਨੀਵਰਸਿਟੀ ਪਿਓਰ ਗਰਲਜ਼ ਯੂਨੀਵਰਸਿਟੀ ਐਟ ਬੜੂ ਸਾਹਿਬ। ਅਤੇ ਇਹ ਸਾਰਿਆਂ ਵਿੱਚ ਜੀ ਇਹ ਫੀਚਰ ਇਹ ਹੈ ਬੇਸਿਕਲੀ ਕਿ ਅਸੀਂ 8 ਤੋਂ 9 ਵਜੇ ਰੋਜ਼ ਬੱਚੇ ਪੰਜਾ ਬਾਣੀ ਦਾ ਨਿਤਨੇਮ ਕਰਦੇ ਹਨ, ਸਿਮਰਨ ਕਰਦੇ ਹਨ, ਅਰਦਾਸ ਕਰਨ ਤੋਂ ਉਪਰੰਤ ਫਿਰ ਇਹ ਦੁਨਿਆਵੀ ਵਿੱਦਿਆ ਲੈਂਦੇ ਹਨ। ਸੋ ਸਾਡੇ ਬੱਚਿਆਂ ਦੀ ਕਿਉਂਕਿ ਰੋਜ਼ ਨਿਤਨੇਮ ਕਰ ਰਹੇ ਹਨ, ਜੋ ਸੰਤ ਤੇਰ ਸਿੰਘ ਮਹਾਰਾਜ ਦੇ ਬਚਨ ਸੀ ਕਿ ਨਿਤਨੇਮ ਕਰਨ ਨਾਲ ਸਾਡਾ ਫੋਕਸ ਵੱਧ ਜਾਂਦਾ ਹੈ। ਅਤੇ ਇਹੀ ਅਸੀਂ ਦੇਖਦੇ ਹਾਂ ਆਪਣੇ ਬੱਚਿਆਂ ਵਿੱਚ। ਸਾਡੇ ਪਿੰਡਾਂ ਦੇ ਬੱਚੇ ਜਦ 10ਵੀਂ 12ਵੀਂ ਦੇ ਰਿਜ਼ਲਟ ਨਿਕਲਦੇ ਹਨ ਅਤੇ ਸਾਡੇ ਬੱਚੇ ਇਹ ਸ਼ਹਿਰੀ ਬੱਚਿਆਂ ਨਾਲੋਂ ਦੇ ਆਊਟ ਪਰਫਾਰਮ ਦੈਮ। ਫਿਊ ਡੇਜ਼ ਅਗੋ ਵੀ ਡਿਡ ਅ ਬਰੋਡ ਸਟੈਟਿਸਟੀਕਲ ਸਟੱਡੀ ਕਿ ਸਾਡੇ ਬੱਚਿਆਂ ਦੇ ਪੇਰੈਂਟਸ ਕਿਤਨੇ ਪੜ੍ਹੇ ਹੋਏ ਹਨ। ਐਂਡ ਵੀ ਵਰ ਇਟ ਕੇਮ ਐਜ਼ ਅ ਬਿਗ ਸਰਪ੍ਰਾਈਜ਼ ਕਿ ਅੱਜ ਦੇ ਸਮੇਂ ਵਿੱਚ ਵੀ 90% ਬੱਚਿਆਂ ਦੇ ਪੇਰੈਂਟਸ ਕਾਲਜ ਨਹੀਂ ਗਏ ਜੀ। ਇਟ ਵਾਜ਼ ਐਨ ਆਈ ਓਪਨਰ ਫॉर ਮੀ ਆਲਸੋ ਕਿ ਇਤਨਾ ਵੈਕਿਊਮ ਹੈ ਐਜੂਕੇਸ਼ਨ ਦਾ ਸਾਡੇ ਪਿੰਡਾਂ ਵਿੱਚ। ਸੋ ਇਹ ਪਿੰਡਾਂ ਦੇ ਬੱਚੇ, ਡਾਕਟਰ ਸਾਹਿਬ ਬੈਠੇ ਹੋਏ ਹੈਗੇ, ਡਾਕਟਰ ਸੇਖੋਂ ਬੈਠੇ ਹੋਏ ਹੈਗੇ, ਇਹਨਾਂ ਨੇ ਵੀ ਇੱਕ ਸਕੂਲ ਸਾਨੂੰ ਬਣਵਾਇਆ ਹੈਗਾ ਜੀ। ਡਾਕਟਰ ਸੇਖੋਂ ਬਾਬਾ ਜੀ ਦੇ ਗੁਰ ਭਾਈ ਸੀਗੇ ਜੀ। ਹੀ ਨੋਜ਼ ਹਿਮ ਸਿੰਸ ਮਾਸਟਰਸ ਡੇ
ਬਾਬਾ ਜੀ ਨਾਲ ਤੋਂ 1 ਸਾਲ ਅੱਗੇ ਸੀ ਮਾਸਟਰਸ ਇਨ ਐਗਰੀਕਲਚਰ ਵਿੱਚ। ਸੋ ਇਹ ਅਸੀਂ ਵੀ ਰਿਅਲਾਈਜ਼ ਕੀਤਾ ਹੈ ਜੀ, ਜਦ 12ਵੀਂ 10ਵੀਂ ਦੇ ਰਿਜ਼ਲਟ ਨਿਕਲਦੇ ਆ CBSE ਦੇ, ਇਨਵੇਰੀਏਬਲੀ ਸਾਡੇ ਪਿੰਡਾਂ ਦੇ ਬੱਚੇ ਦੇ ਆਊਟ ਪਰਫਾਰਮ ਦ ਅਰਬਨ ਪੀਅਰਸ। ਪਿਛਲੇ ਸਾਲ 28 ਜ਼ਿਲ੍ਹੇ ਹੈਗੇ ਜੀ ਪੰਜਾਬ ਦੇ, 22 ਜ਼ਿਲ੍ਹਿਆਂ ਵਿੱਚ 22 ਡਿਸਟ੍ਰਿਕਟਸ ਅਕਾਲ ਅਕੈਡਮੀ ਰੂਰਲ ਸਟੂਡੈਂਟਸ ਵਿਦ ਕੰਪਰੋਮਾਈਜ਼ਡ ਐਜੂਕੇਸ਼ਨ ਆਫ ਦੇ ਪੇਰੈਂਟਸ, ਇਹਨਾਂ ਨੇ ਫਸਟ ਸੈਕੰਡ ਜਾਂ ਥਰਡ ਪੋਜੀਸ਼ਨ ਹਾਸਲ ਕੀਤੀ ਸੀ ਪੂਰੇ ਜ਼ਿਲ੍ਹੇ ਵਿੱਚ ਜੀ, ਸ਼ਹਿਰੀ ਸਕੂਲਾਂ ਤੋਂ ਅੱਗੇ। ਸੋ ਇਹ ਜਿਹੜੀ ਇਹ ਫਾਰਮ ਆਫ ਐਜੂਕੇਸ਼ਨ ਹੈ, ਇਸ ਦੇ 2 ਗੁਣ ਹੈਗੇ ਜੀ। ਇੱਕ ਤੇ ਡਿਸਟਰੈਕਸ਼ਨ ਔਰ ਨਹੀਂ ਹੁੰਦੀ, ਕੌਨਸਨਟ੍ਰੇਸ਼ਨ ਵੱਧ ਜਾਂਦੀ ਹੈ। ਦੂਸਰਾ ਸਪਿਰਿਚੁਅਲ ਵੈਲਿਊਜ਼ ਆ ਜਾਂਦੀਆਂ ਬੱਚੇ ਵਿੱਚ। ਇੱਕ ਵਾਰੀ ਸੂਨ ਆਫਟਰ ਦ ਸੈਕੰਡ ਵਰਲਡ ਵਾਰ ਬੜੀ ਡਿਸਪੋਂਡੈਂਸੀ ਸੀ ਪੂਰੇ ਦੁਨੀਆ ਵਿੱਚ, ਅਤੇ ਇੱਕ ਵਰਲਡ ਰਿਲੀਜਨ ਕਾਨਫਰੰਸ ਹੋਈ ਸੀ, ਐਂਡ ਦ ਥੀਮ ਆਫ ਦ ਕਾਨਫਰੰਸ ਵਾਜ਼ ਵੇ ਟੂ ਐਸਟੈਬਲਿਸ਼ ਪੀਸ ਇਨ ਦ ਵਰਲਡ। ਉੱਥੇ ਸੰਤ ਤੇਜਾ ਸਿੰਘ ਮਹਾਰਾਜ ਜੀ, ਹੀ ਰਿਪਰੈਜ਼ੈਂਟਡ ਦ ਸਿੱਖ ਫੇਥ। ਉਹਨਾਂ ਨੇ ਕਿਹਾ ਸੀਗਾ ਦ ਓਨਲੀ ਵੇ ਟੂ ਐਸਟੈਬਲਿਸ਼ ਪਰਮਾਨੈਂਟ ਪੀਸ ਇਨ ਦ ਵਰਲਡ ਇਜ਼ ਬਾਈ ਪ੍ਰੋਵਾਈਡਿੰਗ ਵੈਲਿਊ ਬੇਸਡ ਐਜੂਕੇਸ਼ਨ ਟੂ ਵੈਰੀ ਯੰਗ ਚਿਲਡਰਨ। ਜੇ ਅਸੀਂ ਲੇਟ ਹੋ ਜਾਈਏ ਇਹ ਦੇਣ ਵਿੱਚ, ਅਤੇ ਫਿਰ ਬੱਚਾ ਬਿਲਕੁਲ ਐਨਮੈਸ਼ ਹੋ ਜਾਂਦਾ ਹੈ ਮਟੀਰੀਅਲ ਵਰਲਡ ਵਿੱਚ, ਉਸ ਤੋਂ ਬਾਅਦ ਫਿਰ ਉਹ ਦੇਣਾ ਔਖਾ ਹੋ ਜਾਂਦਾ ਜੀ। ਭਾਂਡਾ ਜੇ ਖਾਲੀ ਹੋਏਗਾ ਤਾਂ ਹੀ ਉਸ ਵਿੱਚ ਇਹ ਵੈਲਿਊਜ਼ ਆਉਂਦੀਆਂ ਹੈ ਜੀ। ਸੋ ਇਹ ਸਾਡਾ ਸਿਸਟਮ ਆਫ ਐਜੂਕੇਸ਼ਨ ਹੈ ਜੀ। ਹੁਣ ਤੱਕ ਅਸੀਂ ਟੋਟਲ 110 ਕਰੋੜ ਲੋਨ ਚੁੱਕਿਆ ਸੀਗਾ ਜੀ ਇਹ ਸਾਰਾ ਇਨਫਰਾਸਟਰਕਚਰ ਬਣਾਉਣਾ। ਵੀ ਹੈਵ ਅ ਕਵਰਡ ਏਰੀਆ ਆਫ 1 ਕਰੋੜ ਸਕੁਅਰ ਫੀਟ, ਜਿੱਥੇ ਬਿਲਡਿੰਗਾਂ ਸਾਰਾ ਦੇਖੀਏ, 2 ਯੂਨੀਵਰਸਿਟੀਆਂ ਬਣਾ ਕੇ। ਸੋ ਟੋਟਲ ਇਨਵੈਸਟਮੈਂਟ 1500 ਕਰੋੜ ਦੀ ਹੋਈ ਹੈ ਜੀ, ਔਰ 110 ਕਰੋੜ ਦਾ ਅਸੀਂ ਲੋਨ ਚੁੱਕਿਆ ਸੀ। ਹੁਣ ਉਹ ਤਕਰੀਬਨ $5 ਮਿਲੀਅਨ ਇਜ਼ ਸਟਿਲ ਪੈਂਡਿੰਗ। ਅਤੇ ਇਹ ਇੱਕ ਤਾਂ ਇਹ ਪ੍ਰੋਜੈਕਟ ਐਜੂਕੇਸ਼ਨ ਦਾ ਹੈਗਾ, ਸਕੂਲ ਐਜੂਕੇਸ਼ਨ, ਹਾਇਰ ਐਜੂਕੇਸ਼ਨ। ਅਤੇ ਇਸ ਦੇ ਇਲਾਵਾ ਸਾਡੇ 2 ਹੋਰ ਸੋਸ਼ਲ ਪ੍ਰੋਜੈਕਟਸ ਹੈਗੇ ਜੀ। ਇੱਕ ਵਿਮਨ ਐਮਪਾਵਰਮੈਂਟ ਦਾ। ਜਦ ਅਸੀਂ ਇਹ ਸਕੂਲ ਖੋਲ੍ਹੇ ਸੀ, ਅਤੇ ਦ ਫਸਟ ਚੈਲੰਜ ਦੈਟ ਵੀ ਫੇਸਡ ਵਾਜ਼ ਇਨ ਐਡੀਸ਼ਨ ਟੂ ਦ ਫਾਈਨੈਂਸ਼ੀਅਲ ਚੈਲੰਜਸ, ਕਿ ਅਸੀਂ ਰਿਅਲਾਈਜ਼ ਕੀਤਾ ਕਿ ਅਸੀਂ ਪਿੰਡਾਂ ਸਕੂਲ ਤਾਂ ਖੋਲ੍ਹ ਦਿੱਤੇ ਹੈਗੇ, ਹੁਣ ਟੀਚਰ ਕਿੱਥੋਂ ਲੈ ਕੇ ਆਈਏ। ਸੋ ਅਸੀਂ ਸ਼ਹਿਰੀ ਟੀਚਰ ਲੈਂਦੇ ਸੀਗੇ, ਐਂਡ ਵੀ ਵੁੱਡ commute, then they would commute to the villages. ਬੜਾ ਐਕਸਪੈਂਸਿਵ ਸੀਗਾ ਜੀ ਇਹ ਟਰਾਂਸਪੋਰਟੇਸ਼ਨ ਇਹਨਾਂ ਦੀ। Secondly, the moment they got a job back in the town, they would rush back and again we are devoid of a teacher. ਫਿਰ ਇਹ 2007 ਵਿੱਚ ਅਸੀਂ ਨਾ ਜੀ ਇਹ ਡਿਸੀਜ਼ਨ ਲਿਆ ਬਾਬਾ ਜੀ ਨੇ ਕਿ ਅਸੀਂ ਪਿੰਡਾਂ ਦੀ ਲੜਕੀਆਂ ਨੂੰ ਜਿਨ੍ਹਾਂ ਨੇ 10ਵੀਂ 12ਵੀਂ ਕਰ ਲਈ ਹੈ, ਉਹਨਾਂ ਨੂੰ ਅਸੀਂ ਲੈ ਕੇ ਆਈਏ ਬੜੂ ਸਾਹਿਬ। ਵੀ ਇਨਵਾਈਟਡ ਦੋਜ਼ ਯੰਗ ਗਰਲਸ, ਅਤੇ ਅਸੀਂ ਉਹਨਾਂ ਨੂੰ ਫਿਰ ਟ੍ਰੇਨ ਕੀਤਾ 3-4 ਸਾਲ। ਪਹਿਲਾਂ ਉਹਨਾਂ ਨੇ ਪੰਜਾਬੀ ਠੀਕ ਕੀਤੀ, ਕਿਉਂਕਿ ਪਿੰਡਾਂ ਦੇ ਸਕੂਲਾਂ ਦੀ ਕਾਫੀ ਸਾਰਿਆਂ ਦੀ ਪੰਜਾਬੀ ਵੀ ਠੀਕ ਨਹੀਂ ਹੁੰਦੀ ਜੀ, ਇਤਨਾ ਬੁਰਾ ਹਾਲ ਹੈ ਗੌਰਮੈਂਟ ਸਕੂਲ ਦਾ ਪੰਜਾਬ ਵਿੱਚ। ਪਹਿਲੇ ਪੰਜਾਬੀ ਪੜ੍ਹਾਈ ਜੀ, ਫਿਰ ਉਹਨਾਂ ਨੂੰ ਸੰਥਿਆ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਫਿਰ ਪਾਠ ਕਰਨਾ ਸਿੱਖਿਆ ਬੱਚਿਆਂ ਨੇ, ਨਿਤਨੇਮ ਕਰਨਾ ਸਿੱਖਿਆ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਅੰਗਰੇਜ਼ੀ ਪੜ੍ਹਾਈ ਜੀ। ਫਿਰ ਅੰਗਰੇਜ਼ੀ ਪੜ੍ਹਨ ਤੋਂ ਬਾਅਦ ਫਿਰ ਇਹ ਬੱਚੇ ਹੁਣ ਤਾਂ ਇਹ ਸਾਡੇ ਉੱਥੇ ਜੋ ਯੂਨੀਵਰਸਿਟੀ ਆ ਗ੍ਰੈਜੂਏਸ਼ਨ ਕਰਦੇ ਹਨ, ਪੋਸਟ ਗ੍ਰੈਜੂਏਸ਼ਨ ਕਰਦੀਆਂ ਲੜਕੀਆਂ। ਸਮ ਆਫ ਦੈਮ ਆਰ ਡੂਇੰਗ PhD ਆਲਸੋ। ਅਤੇ ਇਹ ਅਸੀਂ ਹੁਣ ਤੱਕ ਤਕਰੀਬਨ 4000 ਬੱਚੀਆਂ ਟ੍ਰੇਨ ਕਰ ਚੁੱਕੇ ਹਾਂ ਜੀ। ਸੋ ਅਬਾਊਟ 1000 ਆਫ ਦੈਮ ਆਰ ਸਟਿਲ ਵਰਕਿੰਗ ਵਿਦ ਅਸ। ਦੇ ਫਾਰਮ ਦ ਬੈਕਬੋਨ ਆਫ ਆਵਰ ਸਟਾਫ, ਕਿਉਂਕਿ ਇਹ ਕੰਪਲੀਟਲੀ ਇੰਬਿਊਡ ਹੈਗੇ ਜੋ ਅਸੀਂ ਵੈਲਿਊਜ਼ ਪ੍ਰਦਾਨ ਕਰਨੀਆਂ। ਜੇ ਅਸੀਂ ਨਾਰਮਲ ਟੀਚਰ ਇੰਗੇਜ ਕਰਦੇ ਹਾਂ ਜੋ ਨਾਰਮਲ ਯੂਨੀਵਰਸਿਟੀਆਂ ਪੜ੍ਹ ਕੇ ਆਇਆ, ਅਤੇ ਉਸ ਨੂੰ ਇਥੋਸ ਔਰ ਫੰਡਾਮੈਂਟਲ ਸਾਡੇ ਕੌਨਸੈਪਟਸ ਜੋ ਸਮਝਾਉਣੇ ਆਰਗੇਨਾਈਜੇਸ਼ਨ ਦੇ, ਉਹ ਬੜੇ ਔਖੇ ਜਾਂਦੇ ਆ ਜੀ। ਸੋ ਇਹ ਇੱਕ ਹੋਰ ਹੈ ਜੀ ਸਾਡਾ ਪ੍ਰੋਗਰਾਮ ਵਿਮਨ ਐਮਪਾਵਰਮੈਂਟ ਦਾ। ਵੀ ਪਿਕ ਅਪ ਦ ਰੂਰਲ ਗਰਲ, ਟੇਕ ਹਿਮ ਟੂ ਬੜੂ ਸਾਹਿਬ, empower her, and then we send her back to the village. So complete cycle ਹੈਗਾ ਜੀ। ਇਹ ਬੱਚਿਆਂ ਕਿਉਂਕਿ ਪਿੰਡਾਂ 'ਚੋਂ ਆਈਆਂ ਹਨ ਅਤੇ ਇਹ ਉੱਥੇ ਸਾਡੇ ਸਕੂਲਾਂ ਵਿੱਚ ਰਹਿ ਜਾਂਦੀਆਂ ਹਨ। ਜ਼ਿਆਦਾ ਸਾਡਾ ਐਟ੍ਰੀਸ਼ਨ ਰੇਟ ਘੱਟ ਹੈ ਇਨ ਬੱਚੀਆਂ ਦਾ। ਐਂਡ ਦਿਸ ਪ੍ਰੋਗਰਾਮ ਇਜ਼ ਕੰਪਲੀਟਲੀ ਫ੍ਰੀ ਜੀ। ਇਸ ਟਾਈਮ ਕਿਸੇ ਵੀ ਟਾਈਮ 'ਤੇ ਸਾਡੇ ਕੋਲ ਇਹ ਤਕਰੀਬਨ 400 ਬੱਚੀਆਂ ਪੜ੍ਹ ਰਹੀਆਂ ਹੁੰਦੀਆਂ। ਇੱਕ ਬੱਚੀ 'ਤੇ ਸਾਡਾ ਖਰਚਾ ਤਕਰੀਬਨ 1 ਲੱਖ ਰੁਪਇਆ ਆ ਜਾਂਦਾ ਜੀ ਸਾਲ ਦਾ ਔਨ ਹਰ ਐਜੂਕੇਸ਼ਨ ਐਜ਼ ਵੈਲ ਐਜ਼ ਬੋਰਡ ਐਂਡ ਲੌਜਿੰਗ। ਚੌਥਾ ਜੋ ਸਾਡਾ ਪ੍ਰੋਗਰਾਮ ਹੈ ਜੀ ਉਹ ਹੈ ਜੀ ਸਾਡਾ ਡੀ ਐਡਿਕਸ਼ਨ ਦਾ। ਕਿਉਂਕਿ ਬਾਈ ਦ ਈਅਰ 2000 ਇਟ ਵਾਜ਼ ਇਹ ਗੱਲ ਫੈਲਣੀ ਸ਼ੁਰੂ ਹੋ ਗਈ ਸੀ ਕਿ ਪੰਜਾਬ
ਨਸ਼ੇ ਵੱਲ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਸੋ ਬਾਬਾ ਜੀ ਨੇ ਫਿਰ ਕਿਹਾ ਕਿ ਵੀ ਅਸੀਂ ਇਸ ਦਾ ਵੀ ਯੋਗਦਾਨ ਪਾਈਏ। ਸੋ ਸਾਡੇ ਜੋ ਸੈਕਟਰੀ ਪ੍ਰੋਗਰਾਮ ਦੇਖ ਰਹੇ ਹਨ ਡਾਕਟਰ ਕਰਨਲ ਰਜਿੰਦਰ ਸਿੰਘ ਜੀ, ਉਹ ਇਸ ਨੂੰ ਹੈਡ ਕਰ ਰਹੇ ਹਨ ਜੀ। ਸੋ 2005 ਵਿੱਚ ਅਸੀਂ ਉਹ ਪਹਿਲਾ ਡੀ ਐਡਿਕਸ਼ਨ ਸੈਂਟਰ ਖੋਲ੍ਹਿਆ ਸੀ ਜੀ ਐਟ ਵਿਲੇਜ ਚੀਮਾ, ਜੋ ਸੰਤ ਅਤਰ ਸਿੰਘ ਮਹਾਰਾਜ ਜੀ ਦਾ ਬਰਥ ਪਲੇਸ ਹੈ। ਇਸ ਵਿੱਚ 35 ਬੈੱਡਸ ਹੈਗੇ। ਸੋ ਜੋ ਸਾਡਾ ਡੀ ਐਡਿਕਸ਼ਨ ਦਾ ਪ੍ਰੋਗਰਾਮ ਹੈ ਇਹ ਵੀ ਯੂਨੀਕ ਹੈਗਾ ਜੀ। ਇਨ ਐਡੀਸ਼ਨ ਟੂ ਦ ਮੈਡੀਕੇਸ਼ਨ ਦੈਟ ਇਜ਼ ਬੀਇੰਗ ਗਿਵਨ, ਅਸੀਂ ਇਨ ਬੱਚਿਆਂ ਨੂੰ ਨਿਤਨੇਮ ਕਰਾਉਂਦੇ ਹਾਂ, ਸਹਿਜ ਪਾਠ ਬੱਚੇ ਕਰਨਾ ਸ਼ੁਰੂ ਕਰ ਦਿੰਦੇ ਹੈਗੇ, ਔਰ 6-7 ਹਫ਼ਤਿਆਂ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਬੱਚੇ ਜਿਹੜੇ ਹੈਗੇ ਇਹਨਾਂ ਦਾ ਵਿਲ ਪਾਵਰ ਵਧਣੀ ਸ਼ੁਰੂ ਹੋ ਜਾਏ, ਔਰ ਡਿਜ਼ਾਇਰ ਆ ਜਾਏ ਕਿ ਮੈਂ ਆਈ ਹੈਵ ਟੂ ਗਿਵ ਅਪ ਦਿਸ ਐਡਿਕਸ਼ਨ। ਐਂਡ ਦੈਨ ਵੀ ਹੈਵ ਅ ਯੂਨੀਕ ਫੋਲੋ ਅਪ ਆਲਸੋ। ਅਸੀਂ ਜਦ ਬੱਚਾ ਛੋੜ ਕੇ ਜਾਂਦਾ ਅਸੀਂ ਉਸਨੂੰ ਵੀ ਡੋਂਟ ਜਸਟ ਲੈਟ ਹਿਮ ਗੋ, ਅਸੀਂ ਕੌਨਸਟੈਂਟ ਫੋਲੋ ਅਪ ਕਰਦੇ ਹਾਂ ਟੈਲੀਫੋਨ ਰਾਹੀਂ। ਅਤੇ ਜੇ ਲੋੜ ਪੈਂਦੀ ਹੈ ਇਫ ਯੂ ਲੂਜ਼ ਕਨੈਕਸ਼ਨ ਦੈਨ ਵੀ ਸੈਂਡ ਅ ਟੀਮ ਟੂ ਦ ਵਿਲੇਜ ਕਿ ਬੱਚੇ ਦਾ ਕੀ ਹਾਲ ਹੈ ਹੁਣ। ਰਿਜ਼ਲਟ ਇਹ ਹੈ ਜੀ ਕਿ ਅਸੀਂ ਪਿੱਛੇ ਸਟੱਡੀ ਕੀਤੀ ਸੀਗੀ ਅ 5 ਈਅਰ ਫੋਲੋ ਅਪ, ਐਂਡ ਵੀ ਰਿਅਲਾਈਜ਼ ਕਿ ਸਾਡੇ 65% ਬੱਚੇ ਤੇ ਬਿਲਕੁਲ ਹੀ they were off drugs. Another 10% were there who would take alcohol or cigarette off and on. ਤੇ 25 ਬੱਚੇ ਸੀ ਕਿ who again relapsed completely. ਸੋ ਹੁਣ ਤੱਕ ਅਸੀਂ ਤਕਰੀਬਨ 6500 ਅਸੀਂ ਬੱਚੇ ਟ੍ਰੀਟ ਕਰ ਚੁੱਕੇ ਹਾਂ। ਬਟ ਵੀ ਰਿਅਲਾਈਜ਼ ਕਿ ਜੀ ਜਿਹੜਾ ਇਹ ਡੀ ਐਡਿਕਸ਼ਨ ਦਾ ਵਰਕ ਹੈ ਇਟ ਇਜ਼ ਪੇਨਫੁਲੀ ਸਲੋ ਐਂਡ ਐਕਸਟ੍ਰੀਮਲੀ ਐਕਸਪੈਂਸਿਵ, ਕਾਸਟ ਇਫੈਕਟਿਵ ਨਹੀਂ ਹੈ ਜੀ, ਬਹੁਤ ਖਰਚਾ ਹੋ ਜਾਂਦਾ ਹੈ। ਇੱਕ ਬੱਚੇ ਦੇ ਸਿਰਫ ਜੋ ਇਨਡੋਰ ਟ੍ਰੀਟਮੈਂਟ ਹੈ ਉਸ 'ਤੇ $400 ਖਰਚ ਹੋ ਜਾਂਦੇ ਹੈਗੇ ਜੀ। ਸੋ ਦ ਸੋਲਿਊਸ਼ਨ ਇਜ਼ what we were doing earlier, providing quality education and giving values to children. ਸਾਡੇ ਬੱਚੇ ਜੋ ਹੈਗੇ each school it now we are embarking on this mission ਕਿ ਵੀ ਹਰ ਸਕੂਲ ਜੋ ਹੈ ਸਾਡੇ ਬੱਚੇ ਜੋ ਵੈਲਿਊਜ਼ ਵਾਲੇ ਹਨ, ਔਰ ਸਾਡਾ ਸਟਾਫ we are adopting 2 neighborhood government schools। ਤੇ ਸਾਡੇ ਬੱਚੇ ਉੱਥੇ ਜਾ ਕੇ ਉਨ ਬੱਚਿਆਂ ਨੂੰ ਐਜੂਕੇਟ ਕਰਨਗੇ, ਉਹਨਾਂ ਨੂੰ ਸਮਝਾਉਣਗੇ ਕਿ ਵੀ ਐਡਿਕਸ਼ਨ ਕਿੱਦਾਂ ਹੁੰਦੀ ਹੈ। ਵੀ ਹੈਵ ਪ੍ਰੀਪੇਅਰਡ ਸਮ ਵੀਡੀਓ ਫਿਲਮਸ ਉਹਨੂੰ ਦਿਖਾਉਣਗੇ ਜਿਹੜੇ ਬੱਚੇ ਐਡਿਕਸ਼ਨ ਕਰ ਚੁੱਕੇ ਸੀ, ਕਿਵੇਂ ਉਹ ਬਾਹਰ ਨਿਕਲੇ ਹੈਗੇ, ਪਰਿਵਾਰ 'ਚ ਕੀ ਸਮੱਸਿਆਵਾਂ ਆ ਗਈਆਂ ਹੈਗੀਆਂ, ਇਹ ਸਾਰਾ ਉਹਨਾਂ ਨੂੰ ਅਸੀਂ ਐਜੂਕੇਟ ਕਰਾਂਗੇ। ਇਹ ਸਾਡਾ ਨਵਾਂ ਪ੍ਰੋਗਰਾਮ ਹੈ ਜੀ। ਸੋ ਇਹ ਸਾਰੇ ਸਾਡੇ ਐਕਟੀਵਿਟੀ ਚੱਲ ਰਹੀਆਂ ਜੀ। ਇਹ ਸੰਤ ਅਤਰ ਸਿੰਘ ਮਹਾਰਾਜ ਜੀ ਦੀ ਸੰਸਥਾ ਹੈ। ਇਸ ਯੁੱਗ ਦੇ ਸਭ ਤੋਂ ਮਹਾਨ ਤਪਸਵੀ ਹੋਏ ਹਨ ਜੀ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸੀ। ਇਨ ਦ ਈਅਰ 1900 ਸਿੱਖਾਂ ਦੀ ਹਾਲਤ ਬੜੀ ਗੰਭੀਰ ਹੋ ਗਈ ਸੀ ਜੀ। ਆਫਟਰ the English they took charge of Punjab after the Anglo-Sikh wars in 1850। ਤੇ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਉਸ ਸਮੇਂ 2 ਲੱਖ ਦੀ ਗਿਣਤੀ ਹੋ ਗਈ, ਸਿੱਖਾਂ ਦੀ ਹੋ ਗਈ ਸੀ ਜੀ। ਅੰਗਰੇਜ਼ ਇਹ ਕਹਿਣ ਲੱਗ ਪਏ ਸੀਗੇ ਕਿ ਅਸੀਂ ਸਿੱਖ ਆਉਣ ਵਾਲੇ ਸਮੇਂ ਸਿੱਖ ਖਤਮ ਹੋ ਜਾਣਗੇ, ਔਰ ਅਸੀਂ ਹਰਿਮੰਦਰ ਸਾਹਿਬ ਵਿੱਚ they had the audacity to say that ਕਿ ਅਸੀਂ ਇੱਥੇ ਇਸ ਨੂੰ ਗਿਰਜਾ ਘਰ ਬਣਾ ਦੇਵਾਂਗੇ। ਸੋ ਉਸ ਸਮੇਂ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਇਹ ਬੀੜਾ ਚੁੱਕੀ, ਆਪਣੇ ਜੀਵਨ ਕਾਲ ਵਿੱਚ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਔਰ ਨਾਲ ਹੀ ਇਹ ਯੂਨੀਕ ਫਾਰਮ ਆਫ ਐਜੂਕੇਸ਼ਨ ਸ਼ੁਰੂ ਕਰਤੀ। ਅਤੇ ਇਤਨੀ ਉਹਨਾਂ ਦੀ ਸੀਗੀ ਸਟੇਚਰ ਕਿ ਜਦ ਮਾਲਵੀਆ ਜੀ ਨੇ 1915 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਸਥਾਪਿਤ ਕਰਨੀ ਸੀ, ਅਤੇ ਉਹ ਚੇਚਾ ਆਏ ਸੰਗਰੂਰ ਸਾਂਝੀ ਮਹਾਰਾਜ ਨੂੰ ਮੱਥਾ ਟੇਕਿਆ। ਹੀ ਕੇਮ ਬਾਈ ਟ੍ਰੇਨ ਟਿਲ ਸੰਗਰੂਰ ਫਰੋਮ ਬਨਾਰਸ। ਉੱਥੇ ਨੇ ਆਪਣੇ ਜੋੜੇ ਉਤਾਰ ਦਿੱਤੇ, ਨੰਗੇ ਪੈਰ ਗਏ ਜੂਨ ਦੇ ਮਹੀਨੇ 'ਚ ਤਪਤੀ ਰੇਤ ਵਿੱਚ, ਅਤੇ ਜਾ ਕੇ ਸੰਤਾਂ ਨੂੰ ਬੇਨਤੀ ਕੀਤੀ ਅਸੀਂ ਇਹ ਯੂਨੀਵਰਸਿਟੀ ਖੋਲ੍ਹਣੀ ਹੈ, ਅਸੀਂ ਚਾਹੁੰਦੇ ਹਾਂ ਕੋਈ ਮਹਾਂਪੁਰਸ਼ ਇਸ ਦਾ ਨੀਂਹ ਪੱਥਰ ਰੱਖੇ। ਅਤੇ ਆਪ ਜੀ ਆ ਕੇ ਸੋ ਇਨ 1915 ਸਾਂਝੀ ਮਹਾਰਾਜ ਜੀ ਨੇ ਉੱਥੇ ਉਹ ਨੀਂਹ ਪੱਥਰ ਰੱਖਿਆ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਜੀ। ਇਹ ਸਾਡੀ ਲੈਗੇਸੀ ਹੈ ਜੀ ਐਜੂਕੇਸ਼ਨ ਦੀ। ਇੱਕ ਛੋਟੀ ਸਾਖੀ ਆਪ ਜੀ ਨੂੰ ਹੋਰ ਸ਼ੇਅਰ ਕਰਾਂਗਾ, ਫਿਰ ਮੁਕਤਾ ਭੈਣ ਜੀ ਆ ਕੇ ਆਪ ਜੀ ਨੂੰ ਥੋੜ੍ਹਾ ਬਹੁਤ ਦੱਸਣਗੇ ਕਿ ਵੀ ਕਿਸ ਤਰ੍ਹਾਂ ਅਸੀਂ ਸਾਰੇ ਕੰਟਰੀਬਿਊਟ ਕਰ ਸਕਦੇ ਹਾਂ। ਜਦ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਹਾਰਵਰਡ ਤੋਂ ਪਾਸ ਕਰਨ ਲਈ ਮਾਸਟਰਸ ਵਾਪਸ ਆਉਣ ਦਾ ਸਮਾਂ ਆ ਗਿਆ, ਅਤੇ ਉਹਨਾਂ ਦੇ ਮਨ 'ਚ ਆਇਆ ਕਿ ਵੀ ਮੈਂ ਅਮਰੀਕਾ ਦੇ ਸਭ ਤੋਂ ਰਿਚੈਸਟ ਬੰਦਿਆਂ ਨੂੰ ਮਿਲਣਾ ਹੈ। ਆਈ ਡੋਂਟ ਨੋ ਫਰੋਮ ਵੇਅਰ ਦੈਟ ਥਾਟ ਕੇਮ, ਕਿਉਂਕਿ ਇਹ ਤਾਂ ਬੜੇ ਪਾਇਸ ਵਿਅਕਤੀ ਸੀਗੇ। ਸੋ ਹੀ ਰੈਡ ਕਿ ਵੀ ਉਹ ਹੈਨਰੀ ਫੋਰਡ ਹੈ, ਫੋਰਡ ਮੋਟਰਸ ਦਾ, ਉਸਨੇ ਉਸ ਸਮੇਂ ਨਵੀਂ ਕਾਰ ਕੱਢੀ ਸੀ ਛੋਟੀ ਜਿਹੀ,
which and every American had the dream to own that car. बहुत अमीर हो गया सीगा. So संता ने उसनो हेनरी फोर्ड ਨੂੰ चिट्ठी पाई उसे PA ਨੂੰ कि I would like to meet Mr. Ford for 10 minutes. ਤੇ ਹੈਨਰੀ ਫੋਰਡ ਨੇ ਉਹਦਾ ਜਵਾਬ ਆ ਗਿਆ PA ਦਾ ਕਿ ਬਈ you can meet him after 3 months on so and so date. फिर संता ने दोबारा चिट्ठी पाई कि जी मैं तो अगले महीने वापस जा रहा, इफ़ यू कैन गिव मी सम टाइम बिफोर दैट. फिर उसने जवाब देता है जी कि नेक्स्ट वीक फोर्ड हैज़ टू ट्रैवल फ्राम वन ऑफिस टू अनदर विच इज़ 10 minutes अवे. इफ़ यू डोंट माइंड सिटिंग विद हिम ड्यूरिंग दैट ट्रांजिट दैट जर्नी तो तुसी आ जाओ. सांझी मस्जिद पहुँच गए. ही वॉज जस्ट अबाउट 37-38 एट दैट टाइम. फोर्ड मस्ट हैव बीन अराउंड 60 एट दैट टाइम. और उस समय मेरे हिसाब विच फोर्ड ने उस तो पहला कभी कोई सिख भी नहीं देखा होना. पर क्रेडेंशियल इतने स्ट्रोंग सीगे जी. सांझी महाराज ढिली जी पग बनते सी कि दाड़ा प्रकाश किया लंबा जा. सो क्योंकि हार्वर्ड दे पढ़े सी, सो फोर्ड ने देखा कि भी ये और स्पिरिचुअल ऑरा इतना सीगा, उसे नाल बैठा लिया जी बड़े सत्कार नाल. सांझी महाराज ने 4 सवाल किए जी, 4 इपोकल क्वेश्चंस. पहला, हाउ मच मनी डू यू अर्न एवरी डे? ही सेड आई डोंट नो हाउ मच but I earn lots and lots of money every day. Second question was, how much money do you have in the bank? उसने कहा जी I don't know but I have large amounts of money in all the banks. तीसरा सवाल संता ने किया, how much more money do you want to earn? ज़रा सोचिए जी, 38 साल का गुरसिख richest man of USA नाल बैठ के ये सवाल कर रहा है जी. की पर्सनैलिटी होनी है, की शख्सियत होनी है जी उस उन्होंने. उसने कहा जी आई वॉन्ट टू अर्न लॉट ऑफ मनी, इनफैक्ट आई वॉन्ट टू अर्न ऑल द मनी दैट इज़ देयर इन द वर्ल्ड. चौथा सवाल संता ने किया विच वी ऑल नीड टू पॉन्डर आवर सेल्व्स, आर यू हैप्पी, आर यू एट पीस? सडनली ही सैट इरेक्ट एंड ही सेड नो आई एम नॉट हैप्पी. richest man in the world saying that I am not happy, I am not at peace, in fact I am so stressed I can't even sleep properly at night. So ਇਹ ਜੋ ਸਬਕ ਅਸੀਂ ਜੇ ਲੈ ਲਵਾਂਗੇ ਤੇ ਅਸੀਂ ਸੁਖੀ ਹੋ ਜਾਵਾਂਗੇ ਜੀ. ਫਿਰ ਉਸਨੇ ਸੰਤਾਂ ਨੂੰ ਕਿਹਾ, you seem to be a spiritual man, tell me how can I be at peace? ਸੰਤਾਂ ਨੇ ਇੱਕ ਤੇ ਆਪਣੀ ਮਾਲਾ ਉਸੋਂ ਦੇ ਦਿੱਤੀ ਕਿ ਤੂੰ ਵੀ ਮਾਲਾ ਕਰਿਆ ਕਰ, ਇਹ ਰੋਜ਼ਰੀ ਤੂੰ ਕਰਿਆ ਕਰ, ਇਸ ਨਾਲ ਰਿਮੈਂਬਰ ਜੀਸਸ ਵਿਦ ਈਚ ਬੀਡ. ਦੂਸਰਾ ਉਹਨਾਂ ਨੇ ਕਿਹਾ ਜੋ ਅਸਲੀ ਨੁਸਖਾ ਸੀਗਾ, you share your wealth with the neediest and you will be at peace. ਇਹੀ ਸਾਡਾ ਵੀ ਧਰਮ ਕਹਿ ਰਿਹਾ ਜੀ, ਅਸੀਂ ਦਸਵੰਤ ਕੱਢੀਏ. ਜੇ ਦਸਵੰਤ ਕੱਢਾਂਗੇ ਤਾਂ ਹੀ ਸਾਨੂੰ ਅਧਿਆਤਮ ਦਾ ਰਸਤਾ ਮਿਲੇਗਾ. ਮਹਾਰਾਜ ਦਾ ਫਰਮਾਨ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ. ਜੇ ਸ਼ਾਂਤੀ ਦਾ ਰਸਤਾ ਹੈ, ਸਪਿਰਿਚੁਅਲਿਟੀ ਦਾ ਰਸਤਾ ਹੈ, ਅਸੀਂ ਤਾਂ ਹੀ ਟ੍ਰੈਡ ਕਰ ਪਾਵਾਂਗੇ ਇਹ ਵੀ ਸਟਾਰਟ ਕੰਟਰੀਬਿਊਟਿੰਗ or parting with our wealth, part of our wealth for ਪਰਉਪਕਾਰ ਵਾਸਤੇ, ਲੋੜਮੰਦਾਂ ਵਾਸਤੇ. ਸੋ ਇਹ ਸਾਡੀ ਬਰੋਡ ਫਿਲਾਸਫੀ ਹੈ ਜੀ, ਇਹ ਸਾਡੀ ਜਰਨੀ ਹੈ. 70,000 ਬੱਚੇ ਪੜ੍ਹ ਰਹੇ ਹੈਗੇ. ਸੋ ਆਪ ਜੀ ਨੂੰ ਮੁਕਤਾ ਭੈਣ ਜੀ ਹੋਰ ਦੱਸਣਗੇ ਜੀ ਕਿ ਸਾਡਾ ਕਿਸ ਤਰ੍ਹਾਂ ਇਹ ਸਾਡੇ ਇਕਨੋਮਿਕ ਚੈਲੰਜਸ ਸਾਡੇ ਸਾਹਮਣੇ ਹਨ ਔਰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ. ਸਾਧ ਸੰਗਤ ਜੀ, ਜਿਵੇਂ ਹੁਣੇ ਡਾਕਟਰ ਵੀਰ ਜੀ ਨੇ ਦੱਸਿਆ ਕਿ 70,000 ਬੱਚੇ ਜਿਹੜੇ ਕਿ 130 ਅਕਾਲ ਅਕੈਡਮੀਜ਼ ਵਿੱਚ ਐਜੂਕੇਸ਼ਨ ਲੈ ਰਹੇ ਨੇ, 70,000 ਬੱਚਿਆਂ ਦੇ ਵਿੱਚੋਂ 31,000 ਬੱਚੇ ਜਿਹੜੇ ਨੇ ਉਹ ਡਿਸਕਾਊਂਟਡ ਹੈਗੇ, ਏਡਡ ਹੈਗੇ. ਉਹਦੇ ਵਿੱਚੋਂ 9,500 ਬੱਚਾ ਜਿਹੜਾ ਕਿ ਕੰਪਲੀਟਲੀ ਫ੍ਰੀ ਐਜੂਕੇਸ਼ਨ ਲੈ ਰਿਹਾ. ਉਹ ਜਿਹੜੇ 9,500-10,000 ਬੱਚੇ ਨੇ ਉਹ 7 ਕੈਟਾਗਰੀਜ਼ ਦੇ ਅੰਡਰ ਲਏ ਗਏ ਨੇ, ਜਿਵੇਂ ਵਿਡੋਜ਼ ਦੇ ਬੱਚੇ ਨੇ, ਲੇਬਰਰਸ ਦੇ ਬੱਚੇ ਨੇ, ਉਹਦੇ ਨਾਲ ਦੇ ਨਾਲ ਜਿਹੜੇ ਕਿਸਾਨਾਂ ਨੇ ਕਰਜ਼ਾ ਚੜਨ ਕਰਕੇ ਸੁਸਾਈਡ ਕੀਤਾ ਉਹਨਾਂ ਦੇ ਪਰਿਵਾਰਾਂ ਦੇ ਬੱਚੇ ਹੈਗੇ ਨੇ, ਗ੍ਰੰਥੀ ਸਿੰਘਾਂ ਦੇ ਬੱਚੇ ਨੇ, ਤੇ ਬਾਕੀ ਜਿਹੜੇ ਐਕਸੀਡੈਂਟਲ ਵਿਕਟਮ ਫੈਮਲੀਜ਼ ਹੁੰਦੀਆਂ ਨੇ. ਸੋ ਉਹਨਾਂ ਦੀ ਪੂਰੀ ਬੈਕਗਰਾਊਂਡ ਚੈੱਕ ਕਰ ਲਿੱਤੀ ਜਾਂਦੀ ਹੈਗੀ ਹੈ ਤੇ ਫਿਰ ਉਹਨਾਂ ਬੱਚਿਆਂ ਨੂੰ ਐਡਮਿਸ਼ਨ ਸਕੂਲ ਦੇ ਵਿੱਚ ਮਿਲਦਾ ਹੈਗਾ. ਉਹਨਾਂ ਵਾਸਤੇ ਬੇਸਿਕਲੀ ਅਸੀਂ ਜਿਹੜੇ ਕਿ ਸਪਾਂਸਰਸ ਲੱਭਦੇ ਹੈਗੇ ਆ ਕਿ ਇੱਥੋਂ ਦੇ ਜਿਹੜੇ ਅਮਰੀਕਾ ਦੇ ਡੋਨਰਸ ਨੇ ਉਹਨਾਂ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੇ ਹੈਗੇ ਨੇ. ਤੇ ਸੋ ਅਸੀਂ 3 ਕੈਟਾਗਰੀਜ਼ ਵਿੱਚ ਇਹ ਸਕਾਲਰਸ਼ਿਪ ਹੈਗੀ ਹੈ. ਸੋ ਅਸੀਂ ਮੰਥਲੀ $50 ਮੰਥਲੀ ਦੇ ਕੇ ਉਸ ਬੱਚੇ ਦੀ ਐਜੂਕੇਸ਼ਨ ਨੂੰ ਸਪਾਂਸਰ ਕਰ ਸਕਦੇ ਹਾਂ.
ਉਹਦੇ ਨਾਲ ਦੇ ਨਾਲ $600 ਅਸੀਂ ਈਅਰਲੀ ਸਕਾਲਰਸ਼ਿਪ ਦੇ ਕੇ ਬੱਚੇ ਦੀ 100% ਜਿਹੜੀ ਉਹਦੀ ਐਜੂਕੇਸ਼ਨ ਨੇ ਪੂਰੇ 1 ਸਾਲ ਦੀ ਸਪਾਂਸਰ ਹੋ ਜਾਂਦੀ ਹੈ। ਤੇ ਜੇ ਅਸੀਂ $5000 ਦੀ ਸਕਾਲਰਸ਼ਿਪ ਦਿੰਨੇ ਆ, ਬੱਚੇ ਦੇ ਜਿਹੜਾ ਹੈਗਾ ਕਿ 15 ਇਅਰਸ ਦੀ ਐਜੂਕੇਸ਼ਨ ਫਰੋਮ ਨਰਸਰੀ ਟੂ 12th ਗ੍ਰੇਡ ਤੱਕ ਉਹਦੀ ਕੰਪਲੀਟ ਹੋ ਜਾਂਦੀ ਹੈ। ਅਸੀਂ ਇੱਥੇ ਡੋਨਰ ਨੂੰ ਪੂਰੀ ਬੱਚੇ ਦੀ ਡਿਟੇਲ ਪ੍ਰੋਵਾਈਡ ਕਰਦੇ ਹਾਂ ਕਿ ਬੱਚਾ ਕਿਹੜੀ ਅਕਾਲ ਅਕੈਡਮੀ ਵਿੱਚ ਪੜ੍ਹ ਰਿਹਾ ਹੈ, ਉਹਦੇ ਕੀ ਫਾਈਨੈਂਸ਼ੀਅਲ ਚੈਲੰਜਸ ਹੈਗੇ ਨੇ। ਅਸੀਂ ਈਮੇਲ ਦੇ ਥਰੂ ਬੱਚੇ ਦੀ ਪ੍ਰੋਗਰੈਸ ਰਿਪੋਰਟ, ਬੱਚੇ ਦੀ ਡਿਟੇਲਸ ਪ੍ਰੋਵਾਈਡ ਕਰਦੇ ਹਾਂ ਡੋਨਰ ਨੂੰ। ਡੋਨਰ ਜਦੋਂ ਇੰਡੀਆ ਜਾਂਦੇ ਨੇ, ਅਗਰ ਉਹਨਾਂ ਦਾ ਮਨ ਹੁੰਦਾ ਹੈ ਤੇ ਉਹ ਉੱਥੇ ਜਾ ਕੇ ਬੱਚੇ ਨੂੰ, ਉਹਨਾਂ ਦੀ ਫੈਮਿਲੀ 'ਚ ਜੋ ਵੀ ਹੋਏਗਾ, ਉਹਨਾਂ ਨੂੰ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਮੈਮ ਨਾਲ ਕੋਆਰਡੀਨੇਟ ਕਰਕੇ ਉਹਨਾਂ ਨਾਲ ਮੀਟਿੰਗ ਸੈਟਅਪ ਕਰ ਦਿੱਤੀ ਜਾਂਦੀ ਹੈਗੀ ਹੈ। ਤੇ ਈਵਨ ਇੱਥੋਂ ਬੈਠ ਕੇ ਜਿਹੜਾ ਕਿ ਜਿਹੜੇ ਇੰਡੀਆ ਨਹੀਂ ਜਾਂਦੇ, ਉਹ ਜ਼ੂਮ ਕਾਲ ਸੈਟਅਪ ਕਰਕੇ ਬੱਚੇ ਨੂੰ, ਫੈਮਿਲੀ ਨੂੰ ਜਿਹੜਾ ਕਿ ਗੱਲਬਾਤ ਕਰ ਸਕਦੇ ਹੈਗੇ ਨੇ। ਸੋ ਮੇਕ ਸ਼ੋਰ ਕੀਤਾ ਜਾਂਦਾ ਹੈ ਕਿ ਜਿਹੜਾ ਸਕਾਲਰਸ਼ਿਪ ਪ੍ਰੋਗਰਾਮ ਹੈ, ਡੋਨਰ ਨੂੰ ਜਿਹੜਾ ਕਿ ਪਰਿਵਾਰ ਦੀ, ਬੱਚੇ ਦੀ ਡਿਟੇਲ ਪ੍ਰੋਵਾਈਡ ਕੀਤੀ ਜਾਏ ਤਾਂ ਕਿ ਟਰਾਂਸਪੇਰੈਂਸੀ ਅੱਛੀ ਰਹੇ। ਤੇ ਅਸੀਂ ਜਿਹੜਾ ਹੈਗਾ, ਸਾਡੀ 501 ਰਜਿਸਟਰਡ ਚੈਰਿਟੀ ਹੈ। ਸੋ ਸਾਡੀਆਂ ਜਿਹੜੀਆਂ ਡੋਨੇਸ਼ਨਸ ਨੇ ਉਹ ਟੈਕਸ ਐਗਜ਼ੈਂਪਟ ਹੈਗੀਆਂ ਨੇ। ਤੇ ਅਸੀਂ ਕੁਝ ਪ੍ਰੋਫਾਈਲ ਸਾਡੇ ਕੋਲ ਹੈਗੇ ਵੀ ਨੇ। ਬਾਕੀ ਇਹਦੇ ਵਾਸਤੇ ਇਸ ਪ੍ਰੋਗਰਾਮ ਦੀ ਸੈਪਰੇਟ ਇੱਕ ਵੈਬਸਾਈਟ ਹੈਗੀ ਹੈ, ਐਜੂਕੇਟ ਟੂ ਸੇਵ। ਸੋ ਉਹਦੇ ਤੇ ਬੱਚਿਆਂ ਦੀਆਂ ਫੋਟੋਜ਼, ਬੱਚਿਆਂ ਦੀਆਂ ਡਿਟੇਲਸ ਹੈਗੀਆਂ ਨੇ। ਤੁਸੀਂ ਉਹਦੇ ਤੇ ਜਾ ਕੇ ਵੀ ਇੱਕ ਵਾਰੀ ਤੁਸੀਂ ਜ਼ਰੂਰ ਟਾਈਮ ਲੱਗਿਆ ਤੇ ਤੁਸੀਂ ਜ਼ਰੂਰ ਦੇਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਸੇਖੋਂ ਬਾਰੇ ਗੱਲ ਕੀਤੀ ਸੀ ਜੀ। ਇਹਨਾਂ ਦਾ ਪਿੰਡ ਉਬੀਆ ਹੈਗਾ ਜੀ। ਬਾਬਾ ਜੀ ਨਾਲ ਪਿਛਲੇ 70 ਸਾਲ ਦਾ ਇਹਨਾਂ ਦਾ ਰਿਲੇਸ਼ਨਸ਼ਿਪ ਹੈਗਾ ਜੀ। ਤੇ ਉੱਥੇ ਇਹਨਾਂ ਨੇ ਪਹਿਲਾਂ ਜ਼ਮੀਨ ਦਿੱਤੀ ਸੀ ਸਕੂਲ ਬਣਾਉਣ ਵਾਸਤੇ। ਫਿਰ ਇਹਨਾਂ ਨੇ ਇਹਨਾਂ ਦੀ ਅਬਾਊਟ 35 ਏਕੜ ਜ਼ਮੀਨ ਉੱਥੇ ਬਾਕੀ ਸੀਗੀ ਜੀ। ਸੋ ਅਬਾਊਟ 2.5 years ago ਹੀ ਰੋਟ ਕਿ ਵੀ ਮੈਂ ਇਹ ਜ਼ਮੀਨ ਦੇਣੀ ਆ ਹੁਣ ਟਰਸਟ ਨੂੰ। ਤੇ ਕਿਉਂਕਿ ਇੱਕ ਦੇਣ 'ਚ ਕਾਫੀ ਕੰਪਲੀਕੇਟ ਹੋ ਜਾਂਦਾ ਹੈਗਾ। ਇੱਥੋਂ ਪਾਵਰ ਅਟਾਰਨੀ ਬਣ ਕੇ ਜਾਏਗੀ, ਇਹਨਾਂ ਦੇ ਡਾਟਰ ਦੀ ਵੀ ਸਾਈਨ ਹੋਣੇ ਸੀ, 2 ਅਟਾਰਨੀਆਂ ਬਣੀਆਂ। ਤੇ ਹੀ ਵੁੱਡ ਗੈਟ ਇੰਪੇਸ਼ੈਂਟ ਕਿ ਵੀ ਤੁਸੀਂ ਬਹੁਤ ਟਾਈਮ ਲਗਾ ਰਹੇ ਹੋ, ਮੇਰਾ ਪਤਾ ਨਹੀਂ ਕਿੰਨਾ ਸਮਾਂ ਹੋ ਰਿਹਾ ਹੈ ਤੇ ਵਿੱਚ ਰਹਿ ਜਾਏਗਾ। ਸੋ ਉਹ ਜੋ ਜ਼ਮੀਨ ਇਹਨਾਂ ਨੇ ਦਿੱਤੀ ਸੀ ਜੀ। ਤੇ ਅੱਜ ਮੇਰੇ ਨਾਲ ਵੈਸੇ ਹੀ ਗੱਲ ਕਰ ਰਹੇ ਸੀ ਕਿ ਜਿਹੜਾ ਅਸਲੀ ਕੰਮ ਸੀਗਾ ਕਿ ਜੋ ਕਰਨ ਦਾ, ਉਹ ਤਾਂ ਮੈਂ ਕੀਤਾ ਨਹੀਂ ਕਿ ਬਈ ਨਾਮ ਬਾਣੀ ਸਿਮਰਨ ਔਰ ਡਿਟੈਚ ਹੋਣਾ। ਤੇ ਮੈਂ ਆਈ ਵਾਜ਼ ਜਸਟ ਜੋਕਿੰਗ ਵਿਦ ਹਿਮ ਕਿ ਜਿਹੜਾ ਤੁਸੀਂ ਇਹ ਜ਼ਮੀਨ ਪਾੜ ਕਰ ਦਿੱਤੀ, ਸੋ ਜੇ ਜ਼ਮੀਨ, ਸਾਰੀ ਜ਼ਮੀਨ ਦੇ ਦੇਣੀ, ਜ਼ਿੰਦਾ ਹੁੰਦੇ ਹੋਏ ਸਾਰੀ ਦੇ ਦੇਣੀ ਜੀ, ਇਹ ਇਟ ਇਜ਼ ਦਾ ਗ੍ਰੇਟੈਸਟ ਲੀਪ ਟੂਵਰਡਸ ਡਿਟੈਚਮੈਂਟ ਜੀ। ਮੈਂ ਤਾਂ ਕਹਿੰਦਾ ਤੁਸੀਂ ਧੰਨ ਹੋ ਗਏ ਜੀ, ਅਸੀਂ ਜੀਵਨ ਸਫਲਾ ਕਰ ਦਿਆ ਹੈ। ਸੋ ਇਹ ਅਸੀਂ ਸਾਰੇ ਸੋਚੀਏ ਜੀ, ਜਿੱਥੇ ਆਏ ਹਾਂ ਅਸੀਂ ਕਿ ਸਾਡੀ ਜ਼ਮੀਨਾਂ ਉੱਥੇ ਪਈਆਂ ਹੋਈਆਂ, ਦਾਸ ਨਹੀਂ ਕਰਿਆ ਕਿ ਸਾਨੂੰ ਦਿਓ ਤੁਸੀਂ, ਪਰ ਅਸੀਂ ਜੇ ਉਸਦਾ ਕੋਈ ਜੁਡੀਸ਼ੀਅਸ ਇਸਤੇਮਾਲ ਕਰ ਲਈਏ ਜਿਸ ਨਾਲ ਕਿ ਉਹ ਜ਼ਮੀਨ ਪਰਉਪਕਾਰ 'ਚ ਕੰਮ ਆ ਜਾਏ ਜੀ। ਹੁਣ ਇਹਨਾਂ ਦਾ ਜੋ ਸਕੂਲ ਬਣਿਆ ਹੈਗਾ, ਜਾਂ ਡਾਕਟਰ ਬਲਜੀਤ ਸਿੱਧੂ ਜੀ ਦਾ ਜੋ ਇੱਥੇ ਸਕੂਲ ਬਣਿਆ ਹੈਗਾ, ਹੁਣ ਜਦ ਤੱਕ ਇਹ ਸ੍ਰਿਸ਼ਟੀ ਹੈ ਤਦ ਤੱਕ ਉਹ ਪਰਉਪਕਾਰ ਹੁੰਦਾ ਰਹੇਗਾ ਜੀ। ਜਦ ਦੇਖੀਏ ਕਿੰਨਾ ਡਿਵੀਡੈਂਡ ਮਿਲ ਜਾਏਗਾ ਜੀ ਇਹਨਾਂ ਨੂੰ। ਬਸ ਇਹੀ ਬੇਨਤੀ ਸੀ ਜੀ। ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਪੰਜਾਬ ਦੇ ਪਿੰਡਾਂ ਦੇ ਜਿਹੜੇ ਹੈਗੇ ਜ਼ਿਮੀਂਦਾਰਾਂ ਦੇ ਬੱਚੇ ਆ ਨਾ, ਜਿਨ੍ਹਾਂ ਦੇ ਕੋਲ ਜ਼ਮੀਨਾਂ ਹੈਗੀਆਂ, ਇੱਕ ਮੈਂ ਸੋਚਦਾ ਹੁੰਦਾ ਵੀ ਆਪਣੇ ਦੇਖੋ ਬੱਚੇ ਇੱਥੇ ਜਿਹੜੇ ਲੋਕ ਆ ਨਾ, ਜ਼ਮੀਨ ਵੇਚ ਕੇ ਆਪਣੇ ਪੈਸੇ ਇੱਥੇ ਲੈ ਆਉਂਦੇ ਆ। ਇਹ ਕਦੇ ਸੋਚੋ ਵੀ ਵਿਲ ਦੈਟ ਮੇਕ ਐਨੀ ਡਿਫਰੈਂਸ ਇਨ ਆਰ ਲਾਈਫ ਸਟਾਈਲ? ਜਿਹੜਾ ਵੀ ਇੱਥੇ ਅਮਰੀਕਾ 'ਚ ਆ ਜਾਂਦਾ ਜਾਂ ਕੈਨੇਡਾ 'ਚ ਆ ਜਾਂਦਾ, ਜਿਹੜਾ ਇਮਾਨਦਾਰ ਬੰਦਾ ਹੈਗਾ, ਇਮਾਨਦਾਰ ਹੈ, ਮਿਹਨਤ ਕਰਨ ਵਾਲਾ ਹੈ, ਦੇਰ ਇਜ਼ ਨੋ ਲਿਮਿਟ, ਹੀ ਵਿਲ ਆਲਵੇਜ਼ ਬੀ ਸਕਸੈਸਫੁਲ। ਹੁਣ ਜੇ ਗੁਰੂ ਨੇ ਸਾਡੇ 'ਤੇ ਜਿਹੜੀ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਨੇ, ਇਫ ਆਈ ਸੈਲ ਮਾਈ ਲੈਂਡ ਐਂਡ ਬ੍ਰਿੰਗ ਦ ਮਨੀ ਹੇਅਰ, ਕੈਨ ਆਈ ਬਾਈ ਅ ਬਿਗਰ ਹਾਊਸ? ਨੋ। ਗੁਰੂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਸੋ ਜੇ ਉਹ ਕਿਸੇ ਭਲੇ ਕੰਮ ਨੂੰ ਲੱਗ ਜਾਏ ਯਾਰ, there is nothing like it. So this is our aim in life, okay? And I can tell you right now, Dr. Sathan, I didn't say earlier, ਜਦੋਂ ਅਸੀਂ, ਮੈਂ ਤੇ ਜਤਿੰਦਰ ਨੇ ਆ ਕੇ ਨਾ ਇਹ ਗੱਲ ਕੀਤੀ ਨਾ ਬੱਚਿਆਂ ਦੇ ਨਾਲ, they were so happy. ਸਾਡੇ ਤਿੰਨੋਂ ਮੁੰਡੇ, they were so happy, and we felt really blessed. I am Dr. Kamal Charan Singh Sani. I'm a neurosurgeon here in Richmond, Virginia. I've been in U.S. since 1977.
When I came to this town, I was one of the first ones with a pagri on his head, and I'm very, very happy and proud to announce that now the pagri on our head in this town is actually considered your credit card. So if anybody feels they are discriminated anywhere in the North America, this place highly welcomes your pagri and your Kesatari roop. We are highly appreciative of Dr. Saab de ithe Richmond, Virginia chaane naal. We are very familiar with the program because Baba Avtar Singh ji te sare ਪਹਿਲਾਂ ਅੱਜ ਤੋਂ 15 ਸਾਲ ਤੋਂ ਇੱਥੇ ਆ ਰਹੇ ਸੀਗੇ, and actually they stayed with us a couple time before. The Richmond Sangat is highly committed to their and welcomes their visit. The program that they are doing that we here in US should know is extremely noble. They are educating children, and all of us are always paying funds towards more gurdwaras and making more big minars and golden gumbads and all that, but they are doing is education. That's the future of the Sikh community. Sikh community all over the East and West will grow if you have educated children, whether they are scientists, politicians, or whatever they do. That's what's necessary. Creating more hospitals, creating more clinics. I personally am specifically asking them to educate us about their de-addiction program. Punjab right now is one of the states that's heavily, I would say, infested with addiction. They have taken that program in a very noble fashion, and we've asked them to provide the details. Those of us in US, I'm a physician, I'm a neurosurgeon, those of in US who can help them, whether it's with your profession, whether it's financially with your visits, that is the one very noble program. We certainly can help them. We should help them in the de-addiction program as much as we can. And if you can go by and help them out with your knowledge, your background as a physician, as a professor. We have a gentleman here in Richmond who's basically a professor who's involved in educating the kids more towards the MBA programs. And we should all do that. Again, I want to thank Dr. Ravinder Singh and his team for coming to Richmond, and I hope everybody will welcome them here in US. Thank you. बाबा इकबाल सिंह जी बड़ूसा वालिਆਂ ਨਾਲ ਮੇਰਾ 23 ਸਾਲ ਪੁਰਾਣਾ ਰਿਸ਼ਤਾ ਹੈ ਜੀ। ਅਬਾਊਟ 2002 ਚ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਸੀ, ਤਾਂ ਉਸ ਤੋਂ ਬਾਅਦ ਲਗਾਤਾਰ ਬਾਬਾ ਜੀ ਜਦੋਂ ਵੀ ਰਿਚਮੰਡ ਵਰਜੀਨੀਆ ਆਉਣਾ, ਬਲਜੀਤ ਦੇ ਘਰੇ ਆਉਣਾ, ਤਾਂ ਮੇਰੇ ਘਰ ਜ਼ਰੂਰ ਆਉਣਾ ਬਾਬਾ ਜੀ ਨੇ। ਤੇ ਉਹਨਾਂ ਦੇ ਇੱਕ ਨਾਲ ਉਹਨਾਂ ਦੇ ਫਰੈਂਡ ਹੁੰਦੇ ਸੀ ਡਾਕਟਰ ਗਿਲ, ਉਹਨਾਂ ਦੀ ਡਾਟਰ ਸਟੈਫਰਡ ਰਹਿੰਦੀ ਹੁੰਦੀ ਸੀ। ਸੋ ਮੈਂ ਉਹ ਬਾਬਾ ਜੀ ਨੇ ਹਮੇਸ਼ਾ ਸਟੈਫਰਡ ਜਾਣਾ, ਮੈਂ ਬਾਬਾ ਜੀ ਨੂੰ ਸਟੈਫਰਡ ਤੋਂ ਪਿਕ ਕਰਕੇ ਆਪਣੇ ਘਰ ਲੈ ਕੇ ਆਉਣਾ, ਇੱਥੋਂ ਫਿਰ ਬਲਜੀਤ ਦੇ ਘਰ ਲਿਆਉਣਾ। ਸੋ ਰਸਤੇ 'ਚ ਬੜੀਆਂ ਗੱਲਾਂ ਹੁੰਦੀਆਂ ਸੀ ਮੇਰੀਆਂ ਬਾਬਾ ਜੀ ਨਾਲ, ਔਰ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਦੇ ਨਾਲ ਜੀ।